ਤੇ ਜਦੋਂ ਦੇਖਦਾ ਸੀ ਪਾਪਾ ਨੂੰ ਉਹ ਸਵੇਰੇ ਤਿਆਰ ਹੁੰਦੇ, ਫਿਰ ਉਹਨਾਂ ਦੇ ਕਲੀਗਸ ਨੂੰ ਪਾਰਟੀ 'ਚ ਜਾਂਦੇ ਸੀਗੇ, ਦੇਖਦੇ ਸੀ, ਤਾਂ ਆਪਣੇ ਅੰਦਰ ਤੋਂ ਜਨੂੰਨ ਆਉਂਦਾ ਸੀ ਕਿ ਮੈਂ ਵੀ ਕਦੇ ਕੁਛ ਇੱਦਾਂ ਦਾ ਕਰੂੰਗਾ। ਇੱਕ ਇੰਟਰਵਿਊ ਹੋਊਗਾ, ਸਰਵਿਸ ਸਿਲੈਕਸ਼ਨ ਬੋਰਡ ਇੰਟਰਵਿਊ, 5 ਦਿਨਾਂ ਦਾ ਇੰਟਰਵਿਊ, ਉਹਦੇ 'ਚ ਬਹੁਤ ਸਾਰੇ ਪ੍ਰੋਸੈਸ ਹੁੰਦੀਆਂ, ਬਾਅਦ 'ਚ ਥੋੜ੍ਹਾ ਹੋਰ ਡਿਟੇਲ 'ਚ ਜਾਊਂਗਾ ਮੈਂ। ਅਤੇ ਉਹ ਜੇ ਕਲੀਅਰ ਕਰ ਲਿਆ ਤਾਂ ਤੁਸੀਂ ਆਰਮੀ ਦੇ ਵੱਲ ਤੋਂ ਆਪਣੀ ਗ੍ਰੈਜੂਏਸ਼ਨ ਕਰੋਗੇ ਅਤੇ ਫਿਰ 1 ਸਾਲ ਦੀ ਟ੍ਰੇਨਿੰਗ, ਉਹ ਸਾਰਾ ਕੁਛ ਇੰਟੀਗ੍ਰੇਟਡ ਹੈ 4 ਸਾਲ ਦਾ। 4 ਸਾਲ ਦਾ ਤੁਸੀਂ ਗ੍ਰੈਜੂਏਸ਼ਨ ਅਤੇ 1 ਸਾਲ ਦੀ ਟ੍ਰੇਨਿੰਗ ਮਿਕਸ ਕਰਕੇ ਆਰਮੀ 'ਚ ਐਜ਼ ਅ ਲੈਫਟੀਨੈਂਟ ਜੁਆਇਨ ਕਰ ਸਕਦੇ ਹੋ। ਜੇ ਤੁਹਾਡੇ 12ਵੀਂ ਵਿੱਚ 85% ਤੋਂ ਉੱਤੇ ਆ ਜਾਏ ਜਾਂ 80% ਤੋਂ ਉੱਤੇ ਆ ਜਾਣ ਅਤੇ ਤੁਹਾਡੇ ਕੋਲ ਫਿਜ਼ਿਕਸ, ਕੈਮਿਸਟਰੀ, ਮੈਥਸ ਹੋਵੇ ਤਾਂ ਤੁਸੀਂ ਆਰਮੀ 'ਚ ਐਜ਼ ਇਨ ਟੈਕਨੀਕਲ ਸਟਰੀਮ ਜੁਆਇਨ ਕਰ ਸਕਦੇ ਹੋ। ਅਤੇ ਉਹਦੇ ਵਿੱਚ 4 ਸਾਲ ਦੀ ਟ੍ਰੇਨਿੰਗ ਹੈ ਅਤੇ 1 ਸਾਲ ਦੀ ਫਰਦਰ ਅਤੇ 5 ਸਾਲ ਦਾ ਪੂਰਾ ਕੋਰਸ ਹੈ। ਫਿਰ ਤੁਸੀਂ ਕਿਸੇ ਟੈਕਨੀਕਲ ਆਰਮ 'ਚ ਜਾ ਸਕਦੇ ਹੋ ਐਜ਼ ਅ ਲੈਫਟੀਨੈਂਟ। ਜਿੱਦਾਂ ਮੈਂ ਕਾਲ ਕੀਤਾ ਪਾਪਾ ਨੂੰ, ਪਾਪਾ ਕਹਿੰਦੇ ਹਾਂਜੀ ਬੇਟਾ, ਅਤੇ ਪਾਪਾ ਨੇ ਮੇਰੇ ਆਵਾਜ਼ ਤੋਂ ਹੀ ਭਾਂਪ ਲਿਆ ਕਿ ਹੋ ਗਿਆ ਮੁੰਡਾ, ਪਾਪਾ ਹੋ ਗਿਆ ਰਿਕਮੈਂਡ। ਅਤੇ ਮੈਨੂੰ ਆਵਾਜ਼ 'ਤੇ ਪਤਾ ਲੱਗਿਆ ਪਾਪਾ ਇਮੋਸ਼ਨਲ ਹੋ ਗਏ ਸੀ, ਠੀਕ ਹੈ, ਕਹਿੰਦੇ ਗੁੱਡ ਸ਼ਾਬਾਸ਼ ਬੇਟਾ, ਅਤੇ ਉਹਨਾਂ ਨੇ ਉਲਟਾ ਮੈਨੂੰ ਕਹਿੰਦਾ ਥੈਂਕ ਯੂ। ਤੁਸੀਂ ਪਰਿਵਾਰ ਦੀ ਗੱਲ ਕੀਤੀ, ਤੁਸੀਂ ਆਪਣੇ ਫਾਦਰ ਦੀ ਗੱਲ ਕੀਤੀ, ਤੁਸੀਂ ਦੱਸਿਆ ਵੀ ਸ਼੍ਰੀਨਗਰ ਦੇ ਵਿੱਚ ਪੋਸਟਿੰਗ ਮੈਂ ਕਸ਼ਮੀਰ ਦੇ ਵਿੱਚ, ਚਲੋ ਹੁਣ ਤਾਂ ਕਹਿੰਦੇ ਆ ਵੀ ਆਪਣੇ ਹਾਲਾਤ ਜਿਹੜੇ ਆ ਕਸ਼ਮੀਰ ਦੇ ਵਿੱਚ, ਮੈਂ ਵੀ ਪਿੱਛੇ ਜਾ ਕੇ ਆ ਵੀ ਹਾਲਾਤ ਹੁਣ ਕਾਫੀ ਵਧੀਆ ਨੇ, ਕਾਫੀ ਸਹੀ ਨੇ। ਉੱਥੇ ਪੋਸਟਿੰਗ ਹੋਣਾ ਕਿੱਥੇ ਘਰਦਿਆਂ ਨੂੰ ਡਰ ਨਹੀਂ ਲੱਗਦਾ ਸੀਗਾ ਵੀ ਹਾਂ ਪਾਪਾ ਦੀ ਪੋਸਟਿੰਗ ਉੱਥੇ ਹੈ, ਸ਼੍ਰੀਨਗਰ ਵਰਗੇ ਏਰੀਆਜ਼ ਦੇ ਵਿੱਚ ਹੈ, ਜਾਂ ਕਿੱਥੇ ਵੀ ਜਦੋਂ ਬਚਪਨ 'ਚ ਤੁਹਾਨੂੰ ਵੀ ਪਤਾ ਲੱਗਦਾ ਸੀ ਵੀ ਫਾਦਰ ਦੀ ਪੋਸਟਿੰਗ ਇੱਥੇ ਹੈ ਤਾਂ ਮਨ 'ਚ ਡਰ ਨਹੀਂ ਆਉਂਦਾ ਸੀਗਾ? ਕਿਸੇ ਇੱਦਾਂ ਕੋਈ ਉਗਰਵਾਦੀ ਸੀ ਉੱਥੇ, ਅਤੇ ਪਾਪਾ ਦੀ ਨਾ ਬੈਕ ਸਾਈਡ ਸੀਗੀ, ਪਾਪਾ ਕੁਛ ਇੱਦਾਂ ਸਬਜ਼ੀਆਂ ਵਗੈਰਾ ਖਰੀਦ ਰਹੇ ਸੀ ਆਪਣੀ ਯੂਨਿਟ ਵਾਸਤੇ, ਅਤੇ ਪਾਪਾ ਨੇ ਦੇਖਿਆ ਨਹੀਂ, ਉਹਨਾਂ ਨਾਲ ਕੁਛ ਹੋਰ ਵੀ ਬੰਦੇ ਸੀ, ਉਹਨਾਂ ਨੇ ਪਿੱਛੋਂ ਗ੍ਰੇਨੇਡ ਸੁੱਟਿਆ, ਪਾਪਾ ਨੂੰ ਦਿਖਿਆ ਨਹੀਂ, ਪਾਪਾ ਦੀ ਬੈਗ ਸੀ, ਪਾਪਾ ਦੇ ਜਮਾ ਪਿੱਛੇ ਆ ਕੇ ਗਿਰਿਆ ਉਹ ਗ੍ਰੇਨੇਡ, ਅਤੇ ਉਹ ਬਲਾਸਟ ਵੀ ਹੋ ਗਿਆ, ਅਤੇ ਪਾਪਾ ਬੁਰੀ ਤਰ੍ਹਾਂ 70% ਬੋਡੀ ਪਾਪਾ ਦੀ ਇੰਜਰ ਹੋ ਗਈ ਸੀ। ਤਾਂ ਸਾਡੀ ਐਜੂਕੇਸ਼ਨ ਅਤੇ ਪਾਪਾ ਦਾ ਖਿਆਲ ਦੋਨੋਂ ਮੰਮਾ ਨੇ ਬਹੁਤ ਧਿਆਨ ਨਾਲ ਰੱਖਿਆ। ਥੋੜ੍ਹੇ ਹਾਂ ਰੋ ਪੈਂਦੇ ਸੀ ਕਈ ਵਾਰ, ਪਰ ਕਦੀ ਹਿੰਮਤ ਨਹੀਂ ਛੱਡੀ। ਇੰਨੀ ਸਟਰੋਂਗ ਵੂਮਨ ਹੈ ਨਾ ਮੇਰੀ ਮੰਮੀ, ਕਿ ਇੰਨਾ ਕੁਛ ਦੇਖ ਲਿਆ ਪਾਪਾ ਨਾਲ, ਪਰ ਫਿਰ ਵੀ ਪਾਪਾ ਨਾਲ ਹਮੇਸ਼ਾ ਖੜ੍ਹੇ ਰਹੇ। ਸਤਿ ਸ਼੍ਰੀ ਅਕਾਲ, ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ, ਅਤੇ ਮੈਂ ਹਾਂ ਕੁਵਰਜੋਤ ਸਿੰਘ। ਤੁਹਾਡੇ ਨਾਲ ਬਹੁਤ ਅੱਜ ਤੱਕ ਕਹਾਣੀਆਂ ਸਾਂਝੀਆਂ ਕੀਤੀਆਂ ਨੇ, ਪਰ ਇੱਕ ਨੌਜਵਾਨ ਦੀ ਕਹਾਣੀ ਸਾਂਝੀ ਕਰਨ ਜਾ ਰਹੇ ਹਾਂ ਜਿਹਨੇ ਸਿਰਫ ਆਪਣੇ ਪਰਿਵਾਰ ਦਾ ਨਹੀਂ, ਸਿਰਫ ਆਪਣੇ ਸ਼ਹਿਰ ਦਾ ਨਹੀਂ, ਪੂਰੇ ਪੰਜਾਬ ਦਾ ਨਾਂ ਰੋਸ਼ਨ ਕੀਤਾ। ਮੇਰੇ ਹਿਸਾਬ ਨਾਲ ਇਹ ਕਹਾਣੀ ਉਹਨਾਂ ਵਾਸਤੇ ਹੈ ਜਿਹੜੇ ਲੋਕ ਕਹਿੰਦੇ ਆ ਵੀ ਪੰਜਾਬ ਦੇ ਵਿੱਚ ਸ਼ਾਇਦ ਕੁਝ ਰਹਿ ਨਹੀਂ ਗਿਆ, ਜਾਂ ਪੰਜਾਬ 'ਚ ਰੋਜ਼ਗਾਰ ਦੇ ਮੌਕੇ ਨਹੀਂ ਹੈਗੇ, ਜਾਂ ਜ਼ਿੰਦਗੀ ਤੋਂ ਅਸੀਂ ਹਾਰ ਚੁੱਕੇ ਹੋਏ ਹਾਂ। 25 ਸਾਲ ਇਸ ਨੌਜਵਾਨ ਦੀ ਉਮਰ ਹੈ ਅਤੇ ਲੈਫਟੀਨੈਂਟ ਬਣ ਚੁੱਕੇ ਹੋਏ ਨੇ। ਤਾਂ ਹੁਣ ਇਸ ਸਮੇਂ ਸਾਡੇ ਨਾਲ ਮੌਜੂਦ ਵੀ ਹੈ, ਤੁਹਾਡੇ ਨਾਲ ਹੁਣ ਰੂਬਰੂ ਕਰਾ ਦਿੰਦੇ ਹਾਂ ਲੈਫਟੀਨੈਂਟ ਰਜਨੀਸ਼ ਚੰਡੇਲ ਦੇ ਨਾਲ। ਤਾਂ ਇਸ ਸਮੇਂ ਸਾਡੇ ਨਾਲ ਮੌਜੂਦ ਹੈ। ਹੁਣ ਜ਼ਿਆਦਾ ਸਮਾਂ ਨਹੀਂ ਲਵਾਂਗੇ, ਸਿੱਧੀ ਗੱਲਬਾਤ ਸ਼ੁਰੂ ਕਰਦੇ ਹਾਂ। ਪੁੱਛਦੇ ਹਾਂ ਵੀ ਕਦੋਂ ਦਾ ਸੁਪਨਾ ਸੀ ਅਤੇ ਹੁਣ ਕਿਸ ਤਰੀਕੇ ਨਾਲ ਸਭ ਕੁਝ ਹੋਇਆ। ਪਹਿਲਾਂ ਤਾਂ ਇਹਨਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਧੰਨਵਾਦ। ਸਵਾਗਤ ਵੀ ਕਰਦੇ ਹਾਂ ਅਤੇ ਵਧਾਈਆਂ ਵੀ ਬਹੁਤ ਬਹੁਤ ਦਿੰਦੇ ਹਾਂ। ਮੈਂ ਵੈਸੇ ਕਦੇ ਵਧਾਈਆਂ ਦਿੱਤੀਆਂ ਨਹੀਂ, ਪਹਿਲੀ ਵਾਰੀ ਵਧਾਈਆਂ ਦੇ ਰਿਹਾ ਕਿਸੇ ਨੂੰ। ਚਲੋ ਧੰਨਵਾਦ ਤੁਹਾਡਾ ਬਹੁਤ ਬਹੁਤ। ਤਾਂ ਹੁਣ ਮੈਨੂੰ ਇੱਕ ਗੱਲ ਦੱਸੋ ਵੀ ਸ਼ੁਰੂਆਤ ਕਿਸ ਤਰੀਕੇ ਨਾਲ ਹੁੰਦੀ ਹੈ? ਸੋਚਦੇ ਕਿੱਦਾਂ ਹੋ ਵੀ ਮਨ ਦੇ ਵਿੱਚ ਵਿਚਾਰ ਕਿੱਦਾਂ ਆਉਂਦਾ? ਕਿਉਂਕਿ ਇੱਕ ਗੱਲ ਕਹਿੰਦੇ ਨਾ, ਜਦੋਂ ਆਪਾਂ ਟਾਰਗੇਟ ਸੈੱਟ ਕਰਨਾ ਉਹ ਬੜਾ ਔਖਾ ਹੁੰਦਾ। ਟਾਰਗੇਟ ਸੈੱਟ ਕਦੋਂ ਕੀਤਾ ਅਤੇ ਗੋਲ ਅਚੀਵ ਕਦੋਂ ਕੀਤਾ, ਉਸ ਦੇ ਬਾਰੇ ਜਾਣਕਾਰੀ ਦਿਓ। ਠੀਕ ਹੈ, ਮੈਂ ਆਰਮੀ ਬੈਕਗਰਾਊਂਡ ਤੋਂ ਹੈਗਾ, ਮੇਰੇ ਪਾਪਾ ਆਰਮੀ 'ਚ ਸੀਗੇ, ਹੁਣੇ ਰਿਟਾਇਰ ਹੋਏ ਨੇ ਰੀਸੈਂਟਲੀ। ਅਤੇ ਬਚਪਨ ਤੋਂ ਜਦੋਂ ਸੇਮ ਐਟਮੋਸਫੇਅਰ 'ਚ ਤੁਸੀਂ ਪਲਦੇ बढ़ਦੇ ਹੋ, ਤੁਸੀਂ ਦੇਖਦੇ ਹੋ ਆਪਣੇ ਆਸ-ਪਾਸ ਐਕਟੀਵਿਟੀਜ਼, ਅਤੇ ਇਨਫੈਕਟ ਮੇਰੀ ਜਿਹੜੀ ਪਰਵਰਿਸ਼ ਹੋਈ ਹੈ, ਫਿਰ ਮੇਰੀ ਸਕੂਲਿੰਗ ਹੋਈ ਹੈ, ਇਹ ਸਾਰੀ ਇੱਦਾਂ ਆਰਮੀ ਰਿਲੇਟਿਡ ਐਟਮੋਸਫੇਅਰ ਵਿੱਚ ਹੀ ਹੋਈ ਸੀਗੀ। ਅਤੇ ਜਦੋਂ ਦੇਖਦਾ ਸੀ ਪਾਪਾ ਨੂੰ ਰੋਜ਼ ਸਵੇਰੇ ਤਿਆਰ ਹੁੰਦੇ, ਫਿਰ ਉਹਨਾਂ ਦੇ ਕਲੀਗਸ ਨੂੰ ਪਾਰਟੀ 'ਚ ਜਾਂਦੇ ਸੀਗੇ, ਦੇਖਦੇ ਸੀ, ਤਾਂ ਆਪਣੇ ਅੰਦਰ ਤੋਂ ਜਨੂੰਨ ਆਉਂਦਾ ਸੀ ਕਿ ਮੈਂ ਵੀ ਕਦੇ ਕੁਛ ਇੱਦਾਂ ਦਾ ਕਰੂੰਗਾ। ਅਤੇ ਉੱਧਰ ਦਾ ਕਿਵੇਂ ਉਹ ਪੂਰਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਹੜਾ ਸ਼ਡਿਊਲ ਫੋਲੋ ਕਰਦੇ, ਕਿੰਨੀ ਡਿਸਿਪਲਿਨ ਲਾਈਫ ਹੈ, ਇੱਕ ਬਹੁਤ ਸੰਤੁਸ਼ਟੀ ਜਿਹੀ ਮਿਲਦੀ ਸੀ ਦੇਖ ਕੇ, ਕਿ ਮੈਂ ਸੋਚਦਾ ਸੀ ਜੇ ਮੈਂ ਵੀ ਇੱਦਾਂ ਕਰੂੰਗਾ ਤਾਂ ਕਦੇ ਜ਼ਿੰਦਗੀ 'ਚ ਤਾਂ ਕਿੰਨਾ ਵਧੀਆ ਹੋਊ। ਫਿਰ ਉਸ ਵੇਲੇ ਤੋਂ ਲੈ ਕੇ ਮੈਂ ਅਤੇ ਮੇਰਾ ਵੱਡਾ ਭਰਾ 2 ਸਾਲ ਵੱਡਾ ਮੇਰੇ ਤੋਂ, ਆਪਾਂ ਦੋਨਾਂ ਨੇ ਇੱਕ ਹੱਟ ਲਾ ਲਈ ਕਿ ਬਣਾਂਗੇ ਤਾਂ ਇੱਕ ਆਰਮੀ ਆਫਿਸਰ ਬਣਾਂਗੇ। ਅਤੇ ਪਾਪਾ ਦਾ ਵੀ ਸੀਗਾ ਕਿ ਮੈਂ ਇੱਕ ਸੋਲਜਰ ਤੋਂ ਸਟਾਰਟ ਕੀਤਾ, ਅਤੇ ਜਿੱਥੋਂ ਮੈਂ ਖ਼ਤਮ ਕਰੂੰਗਾ ਤਾਂ ਉੱਥੇ ਮੇਰਾ ਬੇਟਾ ਸ਼ੁਰੂ ਕਰੇ। ਤਾਂ ਇਹ ਬਹੁਤ ਜਿਵੇਂ ਇੰਟਰਨਲ ਮੋਟੀਵੇਸ਼ਨ ਦੀ ਤਰ੍ਹਾਂ ਐਕਟ ਕੀਤਾ ਇਹਨੇ। ਅਤੇ ਫਿਰ ਜਦੋਂ ਹੌਲੀ ਹੌਲੀ ਵੱਡੇ ਹੁੰਦੇ ਗਏ ਅਤੇ ਪੜ੍ਹਾਈ ਕੀਤੀ, ਫਿਰ ਹੋਰ ਅਵੇਅਰਨੈਸ ਆਈ ਕਿ ਕਿਵੇਂ ਆਪਾਂ ਜੁਆਇਨ ਕਰ ਸਕਦੇ ਹਾਂ।
ਤੇ ਫਿਰ NCC ਸੀਗੀ, ਪਤਾ ਲੱਗਿਆ ਕਿ ਅੱਛਾ NCC ਜੇ ਮੈਂ ਕਰਦਾ ਤਾਂ NCC ਦੇ ਥਰੂ ਮੈਨੂੰ ਫਿਰ ਓਪਰਚੁਨਿਟੀ ਮਿਲਦੀ ਹੈ ਆਰਮੀ 'ਚ ਜਾਣ ਲਈ। ਤਾਂ ਇਹਦਾ ਹੌਲੀ ਹੌਲੀ ਕਰਕੇ ਛੋਟੇ ਛੋਟੇ ਸਟੈਪਸ ਲਿੱਤੇ ਲਾਈਫ 'ਚ, ਬਹੁਤ ਜਗ੍ਹਾ ਤੇ ਬਹੁਤ ਲੋਕਾਂ ਤੇ ਐਡਵਾਈਸਿਸ ਲਿੱਤੀਆਂ, ਡਾਇਰੈਕਸ਼ਨ ਲਿੱਤੀ ਕਿ ਕਿੱਦਾਂ ਕਰੀਏ। ਫਿਰ ਆਪਣੇ ਆਪ ਤੇ ਵਰਕ ਕਰਦੇ 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 ਅੱਜ ਇੱਥੇ ਪਹੁੰਚਿਆ। ਤਿਆਰੀ ਕਿਸ ਤਰੀਕੇ ਨਾਲ ਕੀਤੀ, ਕਿਹੜੇ ਕਿਹੜੇ ਤੁਹਾਨੂੰ ਇਮਤਿਹਾਨ ਦੇਣੇ ਪਏ, ਕਿਹੜੇ ਕਿਹੜੇ ਪੇਪਰਸ ਦੇਣੇ ਪਏ, ਕੀ ਫਿਜ਼ੀਕਲ ਟੈਸਟਿੰਗ ਤੁਹਾਨੂੰ ਜਿਹੜੀ ਆ ਉਹ ਤੋਂ ਗੁਜ਼ਰਨਾ ਪਿਆ, ਉਸ ਦੇ ਬਾਰੇ ਵੀ ਦੱਸੋ। ਕਿਉਂਕਿ ਕਈ ਵਾਰੀ ਅਸੀਂ ਟਾਰਗੇਟ ਸੈੱਟ ਕਰ ਲੈਂਦੇ ਹਾਂ, ਪਤਾ ਨਹੀਂ ਹੁੰਦਾ, ਫਿਰ ਗੂਗਲ ਕਰਦੇ ਹਾਂ, ਗੂਗਲ 'ਤੇ ਕਈ ਵਾਰੀ ਸਹੀ ਜਾਣਕਾਰੀ ਮਿਲਦੀ ਹੈ ਜਾਂ ਨਹੀਂ ਮਿਲਦੀ। ਅੱਜ ਕਾਫੀ ਨੌਜਵਾਨ ਤੁਹਾਨੂੰ ਦੇਖਣਗੇ, ਉਹਨਾਂ ਨੂੰ ਵੀ ਪਤਾ ਲੱਗੇ। ਠੀਕ ਹੈ, ਤਾਂ ਮੈਂ ਪਾਰਟਸ 'ਤੇ ਸ਼ੁਰੂ ਕਰਦਾ। ਜਿਵੇਂ ਜਿੱਥੇ ਮੇਰੇ ਫੇਲੀਅਰ ਸੀਗੇ ਉਹ ਵੀ ਦੱਸੂੰਗਾ, ਅਤੇ ਕਿੱਥੇ ਮੈਨੂੰ ਸਕਸੈਸ ਮਿਲੀ ਉਹ ਵੀ ਦੱਸੂੰਗਾ। ਕਿ ਕਈ ਲੋਕਾਂ ਲਈ ਮੇਰੇ ਤੋਂ ਕਾਫੀ ਪਹਿਲਾਂ ਬਣ ਸਕਦੇ ਹੋ। ਮੈਂ ਅੱਜ 25 ਸਾਲ ਦੀ ਉਮਰ 'ਚ ਲੈਫਟੀਨੈਂਟ ਬਣਿਆ, ਕਿ ਇੱਕ ਨੌਜਵਾਨ 22 ਸਾਲ ਦੀ ਉਮਰ 'ਚ ਵੀ ਲੈਫਟੀਨੈਂਟ ਬਣ ਸਕਦਾ। ਕਿਵੇਂ ਬਣ ਸਕਦਾ ਦੱਸਦਾ। ਤੁਸੀਂ 10ਵੀਂ ਕਲਾਸ 'ਚ ਆ ਗਏ ਹੋ ਤਾਂ 11ਵੀਂ ਅਤੇ 12ਵੀਂ ਇੱਦਾਂ ਦੀ ਕਲਾਸਿਸ ਹੁੰਦੀਆਂ ਨੇ ਜਿਹੜੇ ਤੁਹਾਡੇ ਬਹੁਤ ਸਾਰੇ ਕੰਪੀਟੀਟਿਵ ਐਗਜ਼ਾਮਸ ਤੋਂ ਪਹਿਲਾਂ ਤੁਸੀਂ ਤਿਆਰੀ ਕਰਨੀ ਸ਼ੁਰੂ ਕਰ ਸਕਦੇ ਹੋ। 12ਵੀਂ ਕਲਾਸ ਪਾਸ ਕਰਨ ਤੋਂ ਬਾਅਦ ਤੁਸੀਂ ਇੱਕ ਨੈਸ਼ਨਲ ਡਿਫੈਂਸ ਅਕੈਡਮੀ ਜਿਹੜਾ UPSC ਕੰਡਕਟ ਕਰਦਾ, ਉਦੋਂ ਉਸ ਐਗਜ਼ਾਮ 'ਚ ਅਪੀਅਰ ਹੋ ਸਕਦੇ ਹੋ। ਜੇ ਤੁਸੀਂ ਉਹ ਐਗਜ਼ਾਮ ਕਲੀਅਰ ਕੀਤਾ, ਤੁਹਾਡਾ ਇੱਕ ਇੰਟਰਵਿਊ ਹੋਊਗਾ, ਸਰਵਿਸ ਸਿਲੈਕਸ਼ਨ ਬੋਰਡ ਇੰਟਰਵਿਊ, 5 ਦਿਨਾਂ ਦਾ ਇੰਟਰਵਿਊ। ਉਹਦੇ 'ਚ ਬਹੁਤ ਸਾਰੇ ਪ੍ਰੋਸੈਸ ਹੁੰਦੀਆਂ, ਬਾਅਦ 'ਚ ਥੋੜ੍ਹਾ ਹੋਰ ਡਿਟੇਲ 'ਚ ਜਾਊਂਗਾ ਮੈਂ। ਅਤੇ ਉਹ ਜੇ ਕਲੀਅਰ ਕਰ ਲਿਆ ਤਾਂ ਤੁਸੀਂ ਆਰਮੀ ਦੇ ਵੱਲ ਤੋਂ ਆਪਣੀ ਗ੍ਰੈਜੂਏਸ਼ਨ ਕਰੋਗੇ, ਅਤੇ ਫਿਰ 1 ਸਾਲ ਦੀ ਟ੍ਰੇਨਿੰਗ, ਉਹ ਸਾਰਾ ਕੁਛ ਇੰਟੀਗ੍ਰੇਟਡ ਹੈ 4 ਸਾਲ ਦਾ। 4 ਸਾਲ ਦਾ ਤੁਸੀਂ ਗ੍ਰੈਜੂਏਸ਼ਨ ਅਤੇ 1 ਸਾਲ ਦੀ ਟ੍ਰੇਨਿੰਗ ਮਿਕਸ ਕਰਕੇ ਆਰਮੀ 'ਚ ਐਜ਼ ਅ ਲੈਫਟੀਨੈਂਟ ਜੁਆਇਨ ਕਰ ਸਕਦੇ ਹੋ। ਮੈਂ ਵੀ ਕੀਤਾ ਸੀ ਕੋਸ਼ਿਸ਼, ਪਰ ਮੇਰੇ ਤੋਂ ਉਹ ਉਸ ਵੇਲੇ ਕਲੀਅਰ ਨਹੀਂ ਹੋਇਆ। ਉਸ ਵੇਲੇ ਹਾਲੇ ਮੈਨੂੰ ਹੋਰ ਜ਼ਰੂਰਤ ਸੀਗੀ ਆਪਣੇ 'ਤੇ ਵਰਕ ਕਰਨ ਦੀ, ਅਤੇ ਪਰ ਚਲੋ ਸਿੱਖ ਲਿੱਤੀ ਅਤੇ ਫਿਰ ਮੈਂ ਗ੍ਰੈਜੂਏਸ਼ਨ 'ਚ ਆਇਆ। ਹੁਣ ਜਿਵੇਂ ਤੁਹਾਡਾ 12th ਬੇਸਿਸ 'ਤੇ 2 ਐਂਟਰੀਜ਼ ਨੇ, ਫਿਰ ਤਾਂ ਮੈਂ ਦੱਸਦਾ, ਇੱਕ ਨੈਸ਼ਨਲ ਡਿਫੈਂਸ ਅਕੈਡਮੀ ਐਗਜ਼ਾਮ ਅਤੇ ਦੂਜਾ ਹੈ ਟੈਕਨੀਕਲ ਐਂਟਰੀ ਸਕੀਮ। ਜੇ ਤੁਹਾਡੇ 12ਵੀਂ ਵਿੱਚ 85% ਤੋਂ ਉੱਤੇ ਆ ਜਾਏ ਜਾਂ 80% ਤੋਂ ਉੱਤੇ ਆ ਜਾਣ ਅਤੇ ਤੁਹਾਡੇ ਕੋਲ ਫਿਜ਼ਿਕਸ, ਕੈਮਿਸਟਰੀ, ਮੈਥਸ ਹੋਵੇ, ਤਾਂ ਤੁਸੀਂ ਆਰਮੀ 'ਚ ਐਜ਼ ਇਨ ਟੈਕਨੀਕਲ ਸਟਰੀਮ ਜੁਆਇਨ ਕਰ ਸਕਦੇ ਹੋ। ਅਤੇ ਉਹਦੇ ਵਿੱਚ 4 ਸਾਲ ਦੀ ਟ੍ਰੇਨਿੰਗ ਹੈ ਅਤੇ 1 ਸਾਲ ਦੀ ਫਰਦਰ, ਅਤੇ 5 ਸਾਲ ਦਾ ਪੂਰਾ ਕੋਰਸ ਹੈ। ਫਿਰ ਤੁਸੀਂ ਕਿਸੇ ਟੈਕਨੀਕਲ ਆਰਮ 'ਚ ਜਾ ਸਕਦੇ ਹੋ ਐਜ਼ ਅ ਲੈਫਟੀਨੈਂਟ ਇਨ ਦੀ ਆਰਮੀ। ਤੁਸੀਂ ਇੰਜੀਨੀਅਰ ਬਣਨਾ ਚਾਹੁੰਦੇ ਹੋ, ਅਤੇ ਕਈ ਕਹਿੰਦੇ ਕਿ ਮੈਂ IIT ਜਾਣਾ, ਮੈਂ ਇੱਦਾਂ ਜਾਣਾ, ਪਰ ਤੁਸੀਂ ਜੇ ਐਜ਼ ਐਨ ਇੰਜੀਨੀਅਰ ਆਰਮੀ 'ਚ ਆਉਣਾ ਚਾਹੁੰਦੇ ਹੋ ਤਾਂ ਇਹ ਵੀ ਰਸਤਾ ਹੈਗਾ ਤੁਹਾਡੇ ਕੋਲ। ਟੈਕਨੀਕਲ ਐਂਟਰੀ ਸਕੀਮ ਤੁਹਾਡੀ ਜੇ 80% ਐਂਡ ਅਬਵ ਪਰਸੈਂਟੇਜ ਹੈਗੀ ਹੈ, ਤੁਸੀਂ ਜੁਆਇਨ ਇੰਡੀਅਨ ਆਰਮੀ ਸਾਈਟ 'ਤੇ ਜਾ ਕੇ ਉੱਥੇ ਇਹਦੀ ਨੋਟੀਫਿਕੇਸ਼ਨ ਨਿਕਲਦੀ ਹੈ ਟੈਕਨੀਕਲ ਐਂਟਰੀ ਸਕੀਮ 'ਤੇ, ਉੱਥੇ ਅਪਲਾਈ ਕਰ ਦਿਓ। ਤੁਹਾਨੂੰ ਸਿੱਧਾ ਇੰਟਰਵਿਊ ਤੋਂ, ਤੁਹਾਨੂੰ ਪੇਪਰ ਵੀ ਨਹੀਂ ਦੇਣਾ ਪੈਣਾ, ਸਿੱਧਾ ਇੰਟਰਵਿਊ ਦੀ ਤੁਹਾਨੂੰ ਕਾਲ ਆਊਗੀ। 5 ਦਿਨਾਂ ਦਾ ਇੰਟਰਵਿਊ ਹੈ, ਉਹ ਦਿਓ। ਜੇ ਕਲੀਅਰ ਕਰ ਲਿਆ ਮੈਡੀਕਲ, ਫਿਰ ਤੁਹਾਡੀ ਟ੍ਰੇਨਿੰਗ ਸ਼ੁਰੂ BTech ਦੇ ਨਾਲ। ਤੁਹਾਨੂੰ ਆਰਮੀ BTech ਕਰਾਊਗੀ ਫ੍ਰੀ ਆਫ ਕਾਸਟ, ਅਤੇ ਤੁਹਾਨੂੰ ਪੇ ਕਰੂਗੀ BTech ਕਰਨ ਲਈ। ਅੱਛਾ, ਜਿਹੜਾ BTech ਦਾ ਖਰਚਾ ਹੁੰਦਾ ਹੈ, ਕਾਫੀ ਖਰਚਾ ਪਿੱਛੇ ਵੱਧ ਵੀ ਗਿਆ ਸੀਗਾ, ਤਾਂ ਉਹ ਸਾਰਾ ਖਰਚਾ ਜਿਹੜਾ ਹੈ ਉਹ ਆਰਮੀ ਵੱਲੋਂ ਦਿੱਤਾ ਜਾਂਦਾ। ਆਰਮੀ ਹੀ ਦਊਗੀ ਤੁਹਾਨੂੰ, ਉਲਟਾ ਤੁਹਾਨੂੰ ਪੇ ਮਿਲਣੀ ਹੈ ਉਹਦੀ, ਤੁਹਾਨੂੰ ਹਰ ਮਹੀਨੇ ਪੇ ਮਿਲੂਗੀ। ਠੀਕ ਹੈ, ਤੁਹਾਨੂੰ ਦੇਣਾ ਨਹੀਂ ਕੁਛ ਪੈਣਾ, ਮਿਲਣਾ ਉਲਟਾ। ਇੱਦਾਂ ਆਰਮੀ ਦਾ ਇਹ ਹਿਸਾਬ ਹੈ। ਬਸ ਇਹ ਹੈ ਕਿ ਜਿਹੜਾ ਟੈਕਨੀਕਲ ਐਂਟਰੀ ਸਕੀਮ ਹੈ, ਉਹਦੇ ਵਿੱਚ ਤੁਹਾਨੂੰ ਥੋੜ੍ਹੀ ਤੁਹਾਡਾ ਜਿਹੜਾ ਝੁਕਾਅ ਹੈ ਇਹਦੇ ਵੱਲ, ਟੈਕਨੋਲੋਜੀ ਵੱਲ, ਇਹ ਅੱਛਾ ਹੋਣਾ ਚਾਹੀਦਾ। ਉਹ ਪੁੱਛਦੇ ਆ ਇਹਦੇ ਇੰਟਰਵਿਊ ਵਿੱਚ, ਤੁਹਾਨੂੰ ਅੱਛੀ ਤਰ੍ਹਾਂ ਭਾਂਪਦੇ ਹੋ। ਜੇ ਤੁਸੀਂ ਅੱਛੀ ਤਰ੍ਹਾਂ ਉਹ ਸਕਰੀਨਿੰਗ ਨੂੰ ਕਲੀਅਰ ਕਰ ਪਾਏ, ਚਲੋ ਮੈਂ ਹੁਣ ਇਹ ਥੋੜ੍ਹਾ ਹੋਰ ਡਿਟੇਲ 'ਚ ਦੱਸ ਦੇਣਾ SSB ਹੈਗੀ ਕੀ ਆ। ਸਰਵਿਸ ਸਿਲੈਕਸ਼ਨ ਬੋਰਡ ਇੱਕ 5 ਦਿਨਾਂ ਦਾ ਪ੍ਰੋਸੈਸ ਹੈ ਆਰਮੀ 'ਚ, ਜਿਹਦੇ ਵਿੱਚ ਤੁਹਾਡਾ ਪਹਿਲਾ ਦਿਨ ਸਕਰੀਨਿੰਗ ਹੁੰਦਾ, ਤੁਹਾਨੂੰ ਰੀਜ਼ਨਿੰਗ ਦੇ ਟੈਸਟ ਦੇਣੇ ਪੈਂਦੇ ਆ। ਫਿਰ ਉਹ ਤੋਂ ਬਾਅਦ ਇੱਕ ਪਿਕਚਰ ਦਿਖਾਉਂਦੇ ਆ, ਤੁਸੀਂ ਉਸ ਪਿਕਚਰ 'ਤੇ 1 ਮਿੰਟ ਦੇ ਅੰਦਰ, 4 ਮਿੰਟ ਦੇ ਅੰਦਰ ਅੰਦਰ ਇੱਕ ਸਟੋਰੀ ਲਿਖਣੀ ਹੈ, ਫਿਰ ਉਹਨੂੰ ਨਰੇਟ ਕਰਨਾ, ਫਿਰ ਡਿਸਕਸ ਕਰਨਾ। ਇਹਦੇ ਬੇਸਿਸ 'ਤੇ ਉਹ ਬਹੁਤ ਜ਼ਿਆਦਾ ਭੀੜ ਤੋਂ ਕੁਛ 25 ਅਤੇ 30 ਜਿਹੜੇ ਬੰਦੇ ਆ ਉਹ ਛਾਂਟਦੇ ਆ। ਇਹਨਾਂ ਦਾ ਫਰਦਰ ਸਾਈਕੋਲੋਜੀ ਟੈਸਟ, ਫਿਰ ਗਰਾਊਂਡ ਟੈਸਟ, ਫਿਰ ਪਰਸਨਲ ਇੰਟਰਵਿਊ, ਇਹ 3 ਟੈਸਟ ਹੁੰਦੇ, ਅਤੇ ਫਾਈਨਲ ਡੇ ਹੁੰਦੀ ਹੈ ਕਾਨਫਰੰਸ। ਇਹ ਸਾਰੇ ਟੈਸਟ 'ਚ ਬੱਚੇ ਨੇ ਕਿੱਦਾਂ ਪਰਫੋਰਮ ਕੀਤਾ, ਅਤੇ ਫਿਰ ਉਹ ਕਿੰਨਾ ਕੌਨਫੀਡੈਂਟ ਹੈ, ਭਾਈਚਾਰਾ ਕਿੱਦਾਂ ਦਾ, ਕਿੱਦਾਂ ਸਾਰਿਆਂ ਨਾਲ ਮਿਲ ਕੇ ਕੰਮ ਕਰਦਾ, ਉਹਦੇ ਬੇਸਿਸ 'ਤੇ ਉਹਨੂੰ ਸਿਲੈਕਟ ਕਰਦੇ ਆ। ਅਤੇ ਤੁਹਾਡਾ ਜੇ ਸਰਵਿਸ ਸਿਲੈਕਸ਼ਨ ਬੋਰਡ ਜਿਹੜਾ ਸਭ ਤੋਂ ਵੱਡੀ ਪੌੜੀ ਹੈ, ਉਹ ਕਲੀਅਰ ਹੋ ਗਿਆ, ਫਿਰ ਮੈਡੀਕਲ ਹੁੰਦਾ। ਉਹ ਤਾਂ ਚਲੋ ਰੱਬ 'ਤੇ ਹੈ, ਜੇ ਤੁਸੀਂ ਫਿੱਟ ਹੋ ਤਾਂ। ਵੈਸੇ ਬਹੁਤ ਜ਼ਿਆਦਾ ਅੱਜ ਕੱਲ੍ਹ ਇੰਸਟੀਟਿਊਟਸ ਖੁੱਲ੍ਹ ਗਏ ਨੇ ਜਿਹੜੇ ਆਰਮੀ ਦਾ ਤੁਸੀਂ ਮੈਡੀਕਲ ਕਰਵਾ ਕੇ ਚੈੱਕ ਕਰ ਸਕਦੇ ਹੋ, ਔਨਲਾਈਨ ਅਵੇਲੇਬਲ ਨੇ, ਅਤੇ ਤੁਸੀਂ ਚੈੱਕ ਕਰਾ ਲਓ। ਫਿਰ ਅਗਰ ਹੋ ਜਾਏ ਤਾਂ ਫਿਰ ਸਿੱਧਾ ਟ੍ਰੇਨਿੰਗ ਸ਼ੁਰੂ। ਪਰਿਵਾਰ, ਜਦੋਂ ਪਰਿਵਾਰ ਨੂੰ ਪਤਾ ਲੱਗਿਆ ਵੀ ਹਾਂ ਜਿਹੜਾ ਜੋ ਮੁੰਡਾ ਚਾਹੁੰਦਾ ਸੀ, ਉਹਨੇ ਮਿੱਥਿਆ ਹੋਇਆ ਸੀ ਗੋਲ, ਉਹ ਅਚੀਵ ਹੋ ਗਿਆ, ਘਰਦਿਆਂ ਦੇ ਕਿਸ ਤਰੀਕੇ ਦੀ ਖੁਸ਼ੀ ਹੋਏਗੀ? ਮੈਂ ਦੱਸਦਾ, ਅੱਜ ਵੀ ਯਾਦ ਹੈ ਮੈਨੂੰ, 21 ਸਤੰਬਰ ਤੇ 2021 ਮੈਂ ਰਿਕਮੈਂਡ ਹੋਇਆ ਸੀ, ਅਤੇ ਮੈਂ ਘਰੇ ਸਿੱਧਾ ਪਾਪਾ ਨੂੰ ਕਾਲ ਕੀਤਾ। ਪਾਪਾ ਉਸ ਵੇਲੇ ਔਨ ਸਰਵਿਸ ਸੀਗੇ ਮੇਰੇ,
ਤੇ ਪਾਪਾ ਦਾ ਤਾਂ ਬਚਪਨ ਦਾ ਸੁਪਨਾ ਦੱਸਿਆ ਤੁਹਾਨੂੰ ਕਿ ਜਿੱਥੋਂ ਮੈਂ ਖਤਮ ਕਰਾਂ ਉੱਥੇ ਮੇਰਾ ਮੁੰਡਾ ਸ਼ੁਰੂ ਕਰੇ। ਤੇ ਜਿੱਦਾਂ ਹੀ ਮੈਂ ਉਹਨਾਂ ਨੂੰ ਕਾਲ ਕੀਤਾ, ਉਹਨਾਂ ਨਾਲ ਪੂਰੀ ਉਹਨਾਂ ਦੀ ਯੂਨਿਟ ਬੈਠੀ ਹੋਈ ਕਿ ਰੈਡੀ ਸੁਣਨ ਲਈ ਕਿ ਹਾਂ ਰਜਨੀਸ਼ ਦਾ ਕੀ ਹੋਇਆ। ਸਾਰੇ ਪੁੱਛ ਰਹੇ, ਉਹਨਾਂ ਦੇ ਆਫਿਸਰਸ ਪੁੱਛ ਰਹੇ, ਉਹਨਾਂ ਦੇ ਸਬਆਰਡੀਨੇਟਸ, ਉਹਨਾਂ ਦੇ ਜੂਨੀਅਰਸ ਕਿ ਕੀ ਹੋਇਆ। ਜਿੱਦਾਂ ਮੈਂ ਕਾਲ ਕੀਤਾ ਪਾਪਾ ਨੂੰ, ਪਾਪਾ ਕਹਿੰਦੇ ਹਾਂਜੀ ਬੇਟਾ। ਤੇ ਪਾਪਾ ਨੇ ਮੇਰੇ ਆਵਾਜ਼ ਤੋਂ ਹੀ ਭਾਂਪ ਲਿਆ ਕਿ ਹੋ ਗਿਆ ਮੁੰਡਾ। ਤੇ ਪਾਪਾ ਹੋ ਗਿਆ ਰਿਕਮੈਂਡ। ਤੇ ਮੈਨੂੰ ਆਵਾਜ਼ ਤੋਂ ਹੀ ਪਤਾ ਲੱਗਿਆ ਪਾਪਾ ਇਮੋਸ਼ਨਲ ਹੋ ਗਏ ਸੀ। ਠੀਕ ਹੈ, ਕਹਿੰਦੇ ਗੁੱਡ ਸ਼ਾਬਾਸ਼ ਬੇਟਾ। ਤੇ ਉਹਨਾਂ ਨੇ ਉਲਟਾ ਮੈਨੂੰ ਕਹਿੰਦਾ ਥੈਂਕ ਯੂ, ਕਹਿੰਦੇ ਥੈਂਕ ਯੂ ਬੇਟਾ। ਜਿਵੇਂ ਕੀਤਾ ਮੈਂ ਆਪਣਾ ਸੁਪਨਾ ਸਾਕਾਰ ਹੈ, ਪਰ ਉਹਨਾਂ ਨੂੰ ਮੇਰੇ ਸੁਪਨੇ 'ਚ ਉਹਨਾਂ ਨੇ ਆਪਣੀ ਸਫਲਤਾ ਦੇਖ ਲਈ। ਕਹਿੰਦੇ ਨੇ ਮਾਪੇ ਨਾ ਆਪਣੇ ਬੱਚਿਆਂ ਦੇ ਵਿੱਚ ਜ਼ਿੰਦਗੀ ਜੀ ਲੈਂਦੇ, ਜਿਹੜੀ ਜਦੋਂ ਬੱਚੇ ਹੋ ਜਾਂਦੇ ਨਾ ਉਹਨਾਂ ਦੀ ਆਪਣੀ ਨਹੀਂ ਜ਼ਿੰਦਗੀ ਰਹਿੰਦੀ, ਉਹਨਾਂ ਦੇ ਬੱਚਿਆਂ ਦੀ ਉਹਨਾਂ ਦੀ ਜ਼ਿੰਦਗੀ ਬਣ ਜਾਂਦੀ। ਮਤਲਬ ਸੁਣ ਕੇ ਤਾਂ ਪਾਪਾ ਇੱਕਦਮ ਹੀ ਇੱਦਾਂ ਹੋ ਗਏ ਕਿ ਹਾਂ ਬੇਟਾ ਥੈਂਕ ਯੂ। ਫਿਰ ਪਾਪਾ ਕਹਿੰਦੇ ਮੰਮਾ ਨੂੰ ਵੀ ਦੱਸ ਦੇ। ਪਾਪਾ ਮੇਰੇ ਬੈਠੇ ਸੀ ਸ਼੍ਰੀਨਗਰ, ਮੰਮਾ ਮੇਰੇ ਬੈਠੇ ਸੀ ਲੁਧਿਆਣੇ। ਤੇ ਮੈਂ ਕੀਤਾ ਮੰਮਾ ਨੂੰ ਕਾਲ, ਮੰਮਾ ਕਹਿੰਦੇ ਮੰਮਾ ਹੋ ਗਿਆ। ਤੇ ਮੰਮਾ ਵੀ ਫਿਰ ਸੇਮ ਰਿਐਕਸ਼ਨ, ਇੰਨੀ ਖੁਸ਼ੀ। ਮੰਮਾ ਕਹਿ ਰਹੇ ਥੈਂਕ ਯੂ ਬੇਟਾ, ਤੇ ਜੁਗ ਜੁਗ ਜੀਓ, ਠੀਕ ਹੈ ਤੂੰ ਸਾਡਾ ਸੁਪਨਾ ਸਾਕਾਰ ਕਰਤਾ ਇੱਦਾਂ। ਤੇ ਜਦੋਂ ਦੱਸਿਆ ਫਿਰ ਮੈਂ ਆਪਣੇ ਭਰਾ ਨੂੰ ਦੱਸਿਆ, ਸਾਰਿਆਂ ਦਾ ਇੰਨਾ ਪੋਜ਼ੀਟਿਵ ਰਿਸਪੌਂਸ ਤੇ ਸੈਲੀਬ੍ਰੇਟ ਕਰ ਰਹੇ ਨੇ। ਤੇ ਉਹਨਾਂ ਨੂੰ ਪਤਾ ਮੈਂ ਹਜੇ ਬਿਜ਼ੀ ਹਾਂ, ਤਾਂ ਕਹਿੰਦੇ ਤੂੰ ਬੇਟਾ ਤੂੰ ਕਰ, ਠੀਕ ਹੈ ਕੋਈ ਗੱਲ ਨਹੀਂ। ਫਿਰ ਮੇਰਾ ਪੂਰਾ ਪਰਿਵਾਰ ਜਿਹੜਾ ਜੁਆਇੰਟ ਫੈਮਿਲੀ ਵੇਟ ਕਰ ਰਹੀ ਸੀ ਕਿ ਹਾਂ ਕੁਛ ਅੱਜ ਕਾਨਫਰੰਸ ਹੈ ਮੁੰਡੇ ਦੀ, ਅੱਜ ਹੋਊਗਾ ਕੀ। ਫਿਰ ਮੰਮਾ ਪਾਪਾ ਫਿਰ ਸਾਰਿਆਂ ਨੂੰ ਦੱਸਣ ਲੱਗੇ, ਫਿਰ ਪੂਰਾ ਪਰਿਵਾਰ ਸੈਲੀਬ੍ਰੇਟ ਕਰ ਰਿਹਾ ਸੀ। ਫਿਰ ਮੈਂ ਅੱਛੀ ਤਰ੍ਹਾਂ ਬਾਅਦ 'ਚ ਗੱਲ ਕੀਤੀ ਸਾਰਿਆਂ ਨਾਲ, ਤਾਂ ਉਹ ਤਾਂ ਦਿਨ ਕਦੇ ਭੁੱਲੂਗਾ ਨਹੀਂ ਮੈਨੂੰ। ਤੁਸੀਂ ਪਰਿਵਾਰ ਦੀ ਗੱਲ ਕੀਤੀ, ਤੁਸੀਂ ਆਪਣੇ ਫਾਦਰ ਦੀ ਗੱਲ ਕੀਤੀ, ਤੁਸੀਂ ਦੱਸਿਆ ਵੀ ਸ਼੍ਰੀਨਗਰ ਦੇ ਵਿੱਚ ਪੋਸਟਿੰਗ ਹੈ, ਤਾਂ ਕਸ਼ਮੀਰ ਦੇ ਵਿੱਚ ਚਲੋ ਹੁਣ ਤਾਂ ਕਹਿੰਦੇ ਆ ਵੀ ਆਪਣੇ ਹਾਲਾਤ ਜਿਹੜੇ ਆ ਕਸ਼ਮੀਰ ਦੇ ਵਿੱਚ, ਮੈਂ ਵੀ ਪਿੱਛੇ ਜਾ ਕੇ ਆਇਆ ਵੀ ਹਾਲਾਤ ਹੁਣ ਕਾਫੀ ਵਧੀਆ ਨੇ, ਕਾਫੀ ਸਹੀ ਨੇ, ਪਰ ਉੱਥੇ ਪੋਸਟਿੰਗ ਹੋਣਾ ਕਿੱਥੇ ਘਰਦਿਆਂ ਨੂੰ ਡਰ ਨਹੀਂ ਲੱਗਦਾ ਸੀਗਾ ਵੀ ਹਾਂ ਪਾਪਾ ਦੀ ਪੋਸਟਿੰਗ ਉੱਥੇ ਹੈ, ਸ਼੍ਰੀਨਗਰ ਵਰਗੇ ਏਰੀਆਜ਼ ਦੇ ਵਿੱਚ ਹੈ, ਜਾਂ ਕਿੱਥੇ ਵੀ ਜਦੋਂ ਬਚਪਨ 'ਚ ਤੁਹਾਨੂੰ ਵੀ ਪਤਾ ਲੱਗਦਾ ਸੀ ਵੀ ਫਾਦਰ ਦੀ ਪੋਸਟਿੰਗ ਇੱਥੇ ਆ, ਤਾਂ ਮਨ 'ਚ ਡਰ ਨਹੀਂ ਆਉਂਦਾ ਸੀਗਾ? ਮੈਂ ਤੁਹਾਨੂੰ ਇੱਕ ਕਿੱਸਾ ਸਾਂਝਾ ਕਰਦਾ ਤੁਹਾਡੇ ਨਾਲ। 2003 ਦੀ ਗੱਲ ਹੈ, ਮੇਰੇ ਪਾਪਾ ਸ਼੍ਰੀਨਗਰ ਹੀ ਪੋਸਟਡ ਸੀਗੇ ਅਤੇ ਨੋਰਮਲ ਰੇਖੀ 'ਚ ਗਏ ਸੀਗੇ ਬਾਹਰ। ਤਾਂ ਉਹਦੇ ਵਿੱਚ ਕਿਸੇ ਇੱਦਾਂ ਕੋਈ ਉਗਰਵਾਦੀ ਸੀ ਉੱਥੇ, ਅਤੇ ਪਾਪਾ ਦੀ ਨਾ ਬੈਕ ਸਾਈਡ ਸੀਗੀ। ਪਾਪਾ ਕੁਛ ਇੱਦਾਂ ਸਬਜ਼ੀਆਂ ਵਗੈਰਾ ਖਰੀਦ ਰਹੇ ਸੀ ਆਪਣੀ ਯੂਨਿਟ ਵਾਸਤੇ, ਅਤੇ ਪਾਪਾ ਨੇ ਦੇਖਿਆ ਨਹੀਂ, ਉਹਨਾਂ ਨਾਲ ਕੁਛ ਹੋਰ ਵੀ ਬੰਦੇ ਸੀ, ਤਾਂ ਉਹਨਾਂ ਨੇ ਪਿੱਛੋਂ ਗ੍ਰੇਨੇਡ ਸੁੱਟਿਆ। ਪਾਪਾ ਨੂੰ ਦਿਖਿਆ ਨਹੀਂ, ਪਾਪਾ ਦੀ ਬੈਗ ਸੀ, ਅਤੇ ਪਾਪਾ ਦੇ ਜਮ੍ਹਾਂ ਪਿੱਛੇ ਆ ਕੇ ਗਿਰਿਆ ਉਹ ਗ੍ਰੇਨੇਡ, ਅਤੇ ਉਹ ਬਲਾਸਟ ਵੀ ਹੋ ਗਿਆ। ਅਤੇ ਪਾਪਾ ਬੁਰੀ ਤਰ੍ਹਾਂ 70% ਬੋਡੀ ਪਾਪਾ ਦੀ ਇੰਜਰ ਹੋ ਗਈ ਸੀ, ਅਤੇ ਪਾਪਾ ਮੂਵ ਨਹੀਂ ਕਰ ਸਕਦੇ ਸੀ, ਸਿਰਫ ਬਾਜੂ ਚੱਲ ਰਹੀ ਸੀ। ਇਹ ਥੱਲੇ ਵਾਲਾ ਹਿੱਸਾ ਸਾਰਾ ਨੰਬ ਸੀਗਾ। ਜਿਹੜਾ ਉਹਨਾਂ ਦੇ ਜਮ੍ਹਾਂ ਪਿੱਛੇ ਖੜ੍ਹਿਆ ਸੀ ਬੰਦਾ, ਉਹਦੇ ਮੂਹਰਲੇ ਪਾਸੇ ਸਾਰਾ ਇੰਪੈਕਟ ਆਇਆ, ਅਤੇ ਉਹ ਉੱਥੇ ਬੰਦਾ ਬੇਹੋਸ਼ ਹੋ ਗਿਆ। ਠੀਕ ਹੈ, ਅਤੇ ਪਾਪਾ ਨੇ ਥੋੜ੍ਹਾ ਕ੍ਰੋਲ ਕੀਤਾ, ਆਪਣਾ ਹਥਿਆਰ ਸੰਭਾਲਿਆ, ਦੇਖਿਆ ਇੱਧਰ ਉੱਧਰ ਪੋਜੀਸ਼ਨ ਲਿੱਤੀ। ਪਾਪਾ ਨੂੰ 2 ਸਾਲ ਲੱਗੇ ਉਸ ਚੀਜ਼ ਤੋਂ ਰਿਕਵਰ ਕਰਨ ਨੂੰ, ਪੂਰੀ ਤਰ੍ਹਾਂ ਹੀਲ ਹੋਣ ਨੂੰ। ਅਤੇ ਮੈਂ ਉਸ ਵੇਲੇ 2003 'ਚ 1997 ਦਾ ਬੋਰਨ ਹੈ, 6 ਸਾਲ ਦਾ ਸੀਗਾ ਮੈਂ, ਸੈਕਿੰਡ ਕਲਾਸ 'ਚ ਸੀ ਮੈਂ, ਅਤੇ ਮੇਰਾ ਵੱਡਾ ਭਰਾ 2 ਸਾਲ ਵੱਡਾ, ਉਹ 4th ਕਲਾਸ 'ਚ ਸੀਗਾ। ਆਪਾਂ ਬੱਦੋਵਾਲ ਰਹਿੰਦੇ ਹੁੰਦੇ ਸੀ, ਅਤੇ ਉਸ ਵੇਲੇ ਨਾ TV ਨਾ ਫੋਨ, ਠੀਕ ਹੈ। ਕਿਸੇ ਤੋਂ ਉੜਦੀ ਉੜਦੀ ਖਬਰ ਆਈ ਕਿ ਇੱਦਾਂ ਕੁਛ ਹੋਇਆ, ਅਤੇ ਮੰਮਾ ਸਾਨੂੰ ਇਕੱਲੇ ਨੂੰ ਛੱਡ ਕੇ ਉੱਥੇ ਪਾਪਾ ਨੂੰ ਮਿਲਣ ਗਏ, ਅਤੇ ਉਹ ਵੀ ਸਾਨੂੰ 2 ਮਹੀਨੇ ਬਾਅਦ ਪਤਾ ਚੱਲਿਆ ਕਿ ਇੱਦਾਂ ਦਾ ਕੁਛ ਹੋਇਆ, ਜਦੋਂ ਪਾਪਾ ਥੋੜ੍ਹਾ ਖਤਰੇ ਤੋਂ ਵੀ ਬਾਹਰ ਸੀਗੇ। ਤਾਂ ਡਰ ਤਾਂ ਬਹੁਤ ਲੱਗਦਾ ਸੀ, ਪਰ ਪਾਪਾ ਨੇ ਕਦੀ ਹਿੰਮਤ ਨਹੀਂ ਹਾਰੀ। ਜੇ ਪਾਪਾ ਦੇ ਮੂੰਹ ਤੋਂ ਕਦੇ ਸੁਣੀਏ, ਤਾਂ ਪਾਪਾ ਕਹਿੰਦੇ ਕਿ ਇਹ ਤਾਂ ਜ਼ਿੰਦਗੀ ਦਾ ਹਿੱਸਾ ਹੈ, ਇਹ ਮੇਰੀ ਜੋਬ ਹੈ, ਜੋਬ 'ਚ ਰਿਸਕ ਹੈ, ਤਾਂ ਕੋਈ ਗੱਲ ਨਹੀਂ, ਉਹ ਤਾਂ ਕਰਨੀ ਹੈ, ਪਰ ਇਹਦੀ ਬਦੌਲਤ ਮੈਂ ਤੁਹਾਨੂੰ ਐਜੂਕੇਸ਼ਨ ਦੇ ਪਾ ਰਿਹਾ, ਮੈਂ ਆਪਣੀ ਫੈਮਿਲੀ ਨੂੰ ਇੱਕ ਅੱਛਾ ਪਲੇਟਫਾਰਮ ਦੇ ਪਾ ਰਿਹਾ ਕਿ ਉਹ ਅੱਗੇ ਵਧਣ। ਤਾਂ ਫਿਰ ਉਹ ਤੋਂ ਬਾਅਦ ਜਿਹੜੀ ਸਰਵਿਸ ਆਫ ਨੇਸ਼ਨ ਹੈ ਉਹ ਤਾਂ ਹੈਗੀ, ਅਤੇ ਐਟਲੀਸਟ ਪ੍ਰਾਊਡ ਤਾਂ ਹੈਗਾ ਪਾਪਾ। ਉਹ ਵੀ ਵਰਦੀ ਪਾਉਣ 'ਚ ਹਜੇ ਵੀ ਉਨਾ ਹੀ ਪ੍ਰਾਊਡ ਨੇ ਜਿੰਨਾ ਪਹਿਲੇ ਸੀਗੇ, ਅਤੇ ਕਦੇ ਵੀ ਉਹਨਾਂ ਦੇ ਅੱਖਾਂ 'ਚ ਡਰ ਨਹੀਂ ਦੇਖਿਆ। ਉਸ ਵੇਲੇ ਜਿਹੜੇ ਪਾਪਾ ਨੇ ਸਾਨੂੰ ਇਹ ਬੋਲਿਆ ਕਿ ਪੁੱਤ ਤੂੰ ਫਿਰ ਵੀ ਆਰਮੀ 'ਚ ਜਾਈਂ। ਉਹ ਆਪਣੇ ਨਾਲ ਇੰਨਾ ਕੁਛ ਹੋਇਆ ਤਾਂ ਵੀ ਤੁਹਾਨੂੰ ਕਿਹਾ ਵੀ ਆਰਮੀ 'ਚ ਹੀ ਜਾਣਾ? ਨਹੀਂ, ਜਦੋਂ ਆਪਾਂ ਬਚਪਨ 'ਚ ਕਹਿੰਦੇ ਸੀ ਪਾਪਾ ਮੈਂ ਵੀ ਆਰਮੀ ਆਫਿਸਰ ਬਣਨਾ, ਤਾਂ ਕਿ ਤੂੰ ਹੁਣ ਵੀ ਆਰਮੀ ਆਫਿਸਰ ਹੀ ਬਣੀ, ਅਤੇ ਕਦੀ ਡਰੀ ਨਾ। ਤਾਂ ਇਹ ਚੀਜ਼ 2003 'ਚ ਮੇਰੇ ਅਤੇ ਮੇਰੇ ਭਰਾ ਦੇ ਨਾ ਦਿਲ 'ਚ ਘਰ ਕਰ ਗਈ ਕਿ ਮੇਰੇ ਪਾਪਾ 'ਚ ਇੰਨੀ ਹਿੰਮਤ, ਤਾਂ ਮੈਂ ਵੀ ਇੱਦਾਂ ਦਾ ਕੁਛ ਬਣੂੰਗਾ। ਤਾਂ ਉਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦਾ ਮੇਰੇ ਇਸ ਗੋਲ ਦੇ ਲਈ। ਮੈਂ ਇਸ ਐਗਜ਼ਾਮਪਲ ਨੂੰ ਕੋਟ ਕਰਦਾ ਵੈਸੇ ਬਹੁਤ ਜਗ੍ਹਾ, ਪਰ ਪਾਪਾ ਦੇ ਮੈਂ ਤਾਂ ਬਹੁਤ ਪ੍ਰਾਊਡ ਹਾਂ, ਮੇਰੀ ਸਭ ਤੋਂ ਵੱਡੀ ਇੰਸਪੀਰੇਸ਼ਨ ਹੈ। ਪਰ ਇੱਕ ਗੱਲ ਇਹ ਵੀ ਆਉਂਦੀ ਹੈ ਕਈ ਵਾਰੀ ਨਾ, ਚਲੋ ਸਾਡੇ ਜਿਹੜੇ ਪਿਤਾ ਹੁੰਦੇ ਆ ਨਹੀਂ ਡਰਦੇ, ਕਈ ਵਾਰੀ ਮਾਵਾਂ ਹੁੰਦੀਆਂ ਉਹ ਡਰ ਜਾਂਦੀਆਂ ਨੇ। ਹਾਂਜੀ ਇੱਦਾਂ ਹੁੰਦਾ, ਪਰ ਮੈਂ ਤਾਂ ਕਹਿੰਦਾ ਚਲੋ ਮਾਂ ਨਾਲ ਜਿਹੜਾ ਪਿਆਰ ਹੁੰਦਾ ਉਹ ਤਾਂ ਅਲੱਗ ਹੀ ਹੁੰਦਾ। ਮੇਰੀ ਮੰਮੀ ਨੇ ਜਿੰਨਾ ਦੇਖਿਆ ਨਾ,
ਹੁਣ ਇੱਕ ਕੁੜੀ ਮਤਲਬ ਉਹਨਾਂ ਯੰਗ ਸੀਗੇ ਮੰਮਾ ਵੀ, ਠੀਕ ਹੈ, ਸ਼੍ਰੀਨਗਰ ਸ਼੍ਰੀਨਗਰ ਤਾਂ ਬਹੁਤ ਦੂਰ ਹੈ, ਉਸ ਵੇਲੇ ਪਹੁੰਚਣ ਲਈ 3 ਦਿਨ ਲੱਗਦੇ ਸੀ ਸ਼੍ਰੀਨਗਰ। ਬੱਸਾਂ 'ਚ ਧੱਕੇ ਖਾ ਕੇ ਮੰਮਾ ਉੱਥੇ ਪਹੁੰਚੇ ਨੇ, ਪਾਪਾ ਨੂੰ ਹੌਸਲਾ ਦਿੱਤਾ, ਪਾਪਾ ਦਾ ਧਿਆਨ ਰੱਖਿਆ, ਪਾਪਾ ਨੂੰ ਵਾਪਸ ਘਰ ਲੈ ਕੇ ਆਏ ਆ। ਤੇ ਸਾਡੀ ਐਜੂਕੇਸ਼ਨ ਤੇ ਪਾਪਾ ਦਾ ਖਿਆਲ ਦੋਨੋਂ ਮੰਮਾ ਨੇ ਬਹੁਤ ਧਿਆਨ ਨਾਲ ਰੱਖਿਆ। ਥੋੜ੍ਹੇ ਹਾਂ ਰੋ ਪੈਂਦੇ ਸੀ ਕਈ ਵਾਰ, ਪਰ ਕਦੀ ਹਿੰਮਤ ਨਹੀਂ ਛੱਡੀ। ਇੰਨੀ ਸਟਰੋਂਗ ਵੂਮਨ ਹੈ ਨਾ ਮੇਰੀ ਮੰਮੀ, ਤੇ ਇੰਨਾ ਕੁਝ ਦੇਖ ਲਿਆ ਪਾਪਾ ਨਾਲ, ਪਰ ਫਿਰ ਵੀ ਪਾਪਾ ਨਾਲ ਹਮੇਸ਼ਾ ਖੜੇ ਰਹੇ। ਕਦੀ ਵੀ ਇੱਦਾਂ ਨਹੀਂ ਕਿ ਹਾਂ ਤੁਸੀਂ ਕਿਆ ਕਰ ਰਹੇ ਹੋ, ਕਿੱਦਾਂ ਕਰ ਰਹੇ ਹੋ, ਇਹਨੂੰ ਛੱਡ ਦਿਓ, ਇੱਦਾਂ ਕਦੀ ਨਹੀਂ ਕਿਹਾ। ਠੀਕ ਹੈ, ਸਾਨੂੰ ਉਲਟਾ ਕਹਿੰਦੇ ਸੀ ਕਿ ਹਾਂ ਬੱਚੇ ਆਪਣੇ ਪਾਪਾ ਨੂੰ ਦੇਖੋ, ਠੀਕ ਹੈ, ਅਤੇ ਇੱਦਾਂ ਦਾ ਕੁਛ ਬਣੋ। ਅਤੇ ਜਿੱਥੇ ਮੇਰੇ ਪਾਪਾ ਬਹੁਤ ਸਟਰੋਂਗ, ਉੱਥੇ ਮੇਰੇ ਮੰਮਾ ਦੇ ਵੀ ਬਹੁਤ ਜ਼ਿਆਦਾ ਇਹਦਾ ਅਲਟੀਮੇਟ ਸਪੋਰਟ। ਮੈਂ ਕਹਿੰਦਾ ਪਾਪਾ ਜਿਹੜਾ ਵੀ ਕੁਛ ਕਰਦੇ ਨੇ ਨਾ, ਉਹਨਾਂ ਦਾ ਇੰਨਾ ਜ਼ਿਆਦਾ ਨਿਡਰਤਾ ਉਹ ਮੇਰੇ ਮੰਮਾ ਦੀ ਵਜ੍ਹਾ ਨਾਲ, ਕਿਉਂਕਿ ਉਹਨਾਂ ਦਾ ਇੱਕ ਬਹੁਤ ਤਗੜਾ ਸਪੋਰਟ ਹੈ ਪਾਪਾ ਨੂੰ। ਮੈਂ ਜਦੋਂ ਤੁਹਾਡੇ ਮਾਤਾ ਪਿਤਾ ਦੀ ਗੱਲ ਕੀਤੀ ਨਾ, ਤੁਸੀਂ ਵੀ ਮੈਂ ਸਿੱਧਾ ਅੱਖਾਂ ਵੱਲ ਧਿਆਨ ਆ ਵੀ ਤੁਸੀਂ ਵੀ ਇਮੋਸ਼ਨਲ ਵੀ ਹਾਂ ਹੋ ਰਹੇ ਹੋ। ਹੈਗਾ ਹੀ ਇੱਦਾਂ ਕਨੈਕਸ਼ਨ ਹੁੰਦਾ ਨਾ, ਅਤੇ ਉਹਨਾਂ ਦੇ ਜਿਹੜੀ ਸਪੋਰਟ ਅੱਜ ਤੱਕ ਜਿਹੜੀ ਮਿਲੀ ਹੈ ਮੈਨੂੰ, ਅੱਜ ਮੈਂ ਇਸ ਮੁਕਾਮ 'ਤੇ ਖੜ੍ਹੇ ਹਾਂ, ਉਹਨਾਂ ਦੀ ਵਜ੍ਹਾ ਨਾਲ ਤਾਂ ਹੈਗਾ। ਅਤੇ ਜੇ ਉਹਨਾਂ ਨੂੰ ਮੇਰੇ ਇਹਦੇ ਕਰਕੇ ਖੁਸ਼ੀ ਹੈ, ਮੈਨੂੰ ਵੀ ਬਹੁਤ ਖੁਸ਼ੀ ਹੈ ਕਿ ਮੈਂ ਉਹਨਾਂ ਦਾ ਕੋਈ ਸੁਪਨਾ ਸਾਕਾਰ ਕਰ ਪਾਇਆ। ਠੀਕ ਹੈ, ਕਿ ਮੈਨੂੰ ਯਾਦ ਆਉਂਦਾ ਨਾ ਕਿ ਆਪਾਂ ਕਿਹੜੀ ਮੁਸ਼ਕਿਲਾਂ ਦੇਖੀਆਂ ਨੇ ਅੱਜ ਤੱਕ, ਅਤੇ ਮੰਮੀ ਪਾਪਾ ਨੇ ਕਿੱਥੋਂ ਸਟਰਗਲ ਕਰਕੇ ਸਾਨੂੰ ਇੱਥੇ ਤੱਕ ਪਹੁੰਚਾਇਆ, ਤਾਂ ਉਹ ਦਿਲ ਨੂੰ ਨਮ ਕਰ ਦਿੰਦਾ। ਇੱਕ ਨਾ ਤੁਹਾਡੀ ਜਿਹੜੀ ਯੂਨੀਫਾਰਮ ਹੁੰਦੀ ਹੈ ਨਾ, ਭਾਵੇਂ ਉਹ ਆਰਮੀ ਆਫਿਸਰ ਦੀ ਹੋਵੇ, ਸ਼ੁਰੂਆਤ ਤੋਂ ਜੇ ਗੱਲ ਕਰਦੇ ਹਾਂ ਤਾਂ ਇੱਕ ਯੂਨੀਫਾਰਮ ਵੱਲ ਬਹੁਤ ਧਿਆਨ ਦਿੱਤਾ ਜਾਂਦਾ ਹੈ। ਜ਼ਰੂਰ ਕਈ ਵਾਰੀ ਸਾਡੇ ਵਰਗਿਆਂ ਨੂੰ ਸ਼ਾਇਦ ਨਹੀਂ ਪਤਾ ਹੁੰਦਾ ਵੀ ਯੂਨੀਫਾਰਮ ਦੇ ਵਿੱਚ ਕੀ ਹੁੰਦਾ, ਤਾਂ ਜ਼ਰੂਰ ਇੰਨਾ ਕਹਿਣਾ ਚਾਹਾਂਗਾ, ਵੀਡੀਓ ਰਾਹੀਂ ਜ਼ਰੂਰ ਦੱਸ ਵੀ ਦਿਓ। ਅਸੀਂ ਦੇਖ ਰਹੇ ਹਾਂ, ਸਾਨੂੰ ਬਹੁਤ ਵਧੀਆ ਲੱਗ ਰਿਹਾ। ਤੁਹਾਡੇ ਮੋਢੇ 'ਤੇ 2 ਸਟਾਰ ਨੇ, ਇੱਕ ਪਾਸੇ ਸਟਾਰ ਹੈ, ਦੂਜੇ ਪਾਸੇ ਵੀ ਆ, ਤੁਸੀਂ ਕੈਪ ਵੀ ਜਿਹੜੀ ਪਾਈ ਆ। ਤੁਹਾਡੀ ਯੂਨੀਫਾਰਮ ਦੇਖ ਕੇ ਸਾਨੂੰ ਵੀ ਬੜਾ ਵਧੀਆ ਲੱਗ ਰਿਹਾ, ਤਾਂ ਜ਼ਰੂਰ ਦੱਸੋ ਵੀ ਹੁੰਦਾ ਕੀ ਹੈ। ਜਿਵੇਂ ਕਹਿੰਦੇ ਕਿ ਮਿਲਟਰੀ ਬੇਅਰਿੰਗਸ ਕਹਿੰਦੇ ਇਹਨੂੰ, ਬੇਅਰਿੰਗ ਜਿਹੜੀ ਹੈ ਇਹ ਬੰਦੇ ਦੀ ਪਰਸਨੈਲਿਟੀ ਨੂੰ ਝਲਕਾਉਂਦੀ ਹੈ। ਠੀਕ ਹੈ, ਤੁਸੀਂ ਕਿੱਦਾਂ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਦੇ ਹੋ ਪੂਰੀ ਦੁਨੀਆ ਮੂਹਰੇ, ਇਹ ਬਹੁਤ ਇੰਪੋਰਟੈਂਟ ਹੈ ਇੱਕ ਸੋਲਜਰ ਲਈ। ਤਾਂ ਸਾਡਾ ਸਟਾਰਟਿੰਗ ਜਿਹੜਾ ਲੈਸਨ ਹੁੰਦਾ ਨਾ, ਉਹ ਯੂਨੀਫਾਰਮ ਕਿੱਦਾਂ ਪਾਉਂਦੇ ਆਪਾਂ। ਜਿਵੇਂ ਡਰਿਲਸ ਨੇ ਸਾਡੇ ਲੈਫਟ ਪਾਕਟ 'ਚ, ਉਹ ਹਮੇਸ਼ਾ ਰੁਮਾਲ ਰਹੂਗਾ। ਠੀਕ ਹੈ, ਅਤੇ ਅਕੈਡਮੀ 'ਚ ਤਾਂ ਥੋੜ੍ਹੀ ਹੋਰ ਪਿੱਛੇ ਇੱਕ ਹਾਊਸ ਵਾਈਫ ਕਿਟ ਰਹਿੰਦੀ ਹੈ, ਜਿੱਥੇ ਸੂਈ ਧਾਗਾ, ਬਟਨਸ ਹਮੇਸ਼ਾ ਹੋਣਗੇ। ਸਾਡੇ ਸ਼ੂਜ਼ ਦੇ ਲੇਸਿਸ ਇੱਕ ਸਪੈਸੀਫਿਕ ਤਰੀਕੇ ਨਾਲ ਹੀ ਬੰਨੇ ਜਾਣਗੇ ਹਮੇਸ਼ਾ। ਅਤੇ ਜਿਹੜੀ ਕੈਪ ਆਪਾਂ ਥੋੜ੍ਹੀ ਨੀਠੀ ਪਹਿਨਦੇ ਹਾਂ, ਤਾਂ ਕਿ ਅਸੀਂ ਸਾਰਿਆਂ ਨੂੰ ਦੇਖ ਸਕੀਏ, ਪਰ ਸਾਡੀ ਜਿਹੜੀ ਆਈਜ਼ ਹੈ ਉਹ ਥੋੜ੍ਹੀ ਸ਼ੈਡੋ 'ਚ ਰਹੇ, ਅਤੇ ਬਾਕੀਆਂ ਨੂੰ ਸਾਡੀ ਆਈਜ਼ ਦੇਖਣ ਨੂੰ ਥੋੜ੍ਹਾ ਇਸ਼ੂ ਹੋਏ, ਤਾਂ ਕਿ ਅਸੀਂ ਚੁਕੰਨੇ ਹਾਂ ਸਾਰੇ, ਪਰ ਲੋਕਾਂ ਨੂੰ ਇਹ ਨਾ ਪਤਾ ਹੋਏ ਆਪਾਂ ਕਿੱਥੇ ਦੇਖ ਰਹੇ ਹਾਂ। ਤਾਂ ਇਹਦੇ ਪਿੱਛੇ ਇਹ ਰੀਜ਼ਨ। ਅਤੇ ਜਿਹੜਾ ਵੀ ਆਪਣਾ ਯੂਨੀਫਾਰਮ 'ਚ ਜਿਹੜਾ ਵੀ ਪਾਰਟ ਹੈ ਮੇਰੇ, ਉਹਦੇ ਪਿੱਛੇ ਕੁਛ ਨਾ ਕੁਛ ਛੋਟੀ ਰੀਜ਼ਨਿੰਗ ਹੈ, ਇੱਕ ਡਿਸਿਪਲਿਨ ਵਾਲੀ ਡਰਿਲ ਜੁੜੀ ਹੋਈ ਹੈ। ਬਾਅਦ 'ਚ ਜਾ ਕੇ ਕਦੀ ਐਮਰਜੈਂਸੀ ਆ ਜਾਏ ਤਾਂ ਬੰਦੇ ਨੂੰ ਇੰਨੀ ਆਦਤ ਹੁੰਦੀ ਹੈ ਇਸ ਚੀਜ਼ ਨੂੰ ਪਾਉਣ ਦੀ, ਅਤੇ ਨਾ ਕਿ ਅਸੀਂ ਬਹੁਤ ਛੇਤੀ ਪਾ ਲੈਂਦੇ ਆਪਣੀ ਯੂਨੀਫਾਰਮ, ਪਰ ਇਹਦੇ ਵਿੱਚ ਜਿਹੜੀ ਵੀ ਆਪਾਂ ਨਾਲ ਇਕਵਿਪਮੈਂਟ ਜੋੜਦੇ ਹਾਂ, ਠੀਕ ਹੈ, ਉਹ ਸਾਨੂੰ ਪਤਾ ਹੁੰਦਾ ਕਿ ਕਿੱਥੇ। ਬੇਸ਼ੱਕ ਅੱਖਾਂ ਬੰਦ ਕਰਾ ਲਓ ਤਾਂ ਵੀ ਪਤਾ ਲੱਗ ਜੂਗਾ, ਜੇ ਕੁਛ ਨਾ ਦਿਸ ਰਿਹਾ ਉੱਦਾਂ ਵੀ, ਵੈਸੇ ਹਨੇਰਾ ਹੋਵੇ ਤਾਂ ਵੀ ਆਪਾਂ ਬਹੁਤ ਜਲਦੀ ਐਕਸੈਸ ਕਰ। ਹਾਂ, ਜਿਵੇਂ ਤੁਸੀਂ ਕਿਹਾ ਵੀ ਸੀ, ਤੁਹਾਡੇ ਫਾਦਰ ਨੇ ਉਸ ਟਾਈਮ ਇੱਕੋਦਮ ਪੋਜੀਸ਼ਨ ਵੀ ਲੈ ਲਈ ਸੀ, ਪਤਾ ਸੀਗਾ ਵੀ ਕਿਹੜਾ ਸਮਾਨ ਕਿੱਥੇ ਹੈ, ਇੱਕੋਦਮ ਪੋਜੀਸ਼ਨ ਲੈ ਲਈ। ਹਥਿਆਰ ਵੈਸੇ ਹੁੰਦਾ ਤਾਂ ਐਕਸਟਰਨਲ ਹੈ, ਪਰ ਉਹਨੂੰ ਇੱਦਾਂ ਬਣਾ ਦਿੱਤਾ ਜਾਂਦਾ ਕਿ ਉਹ ਤੁਹਾਡੀ ਬੋਡੀ ਦਾ ਪਾਰਟ ਹੈ। ਬੰਦਾ ਹਥਿਆਰ ਨੂੰ ਨਾਲ ਲੈ ਕੇ ਸੌਂਦਾ, ਠੀਕ ਹੈ, ਕਿਉਂਕਿ ਆਖਿਰ 'ਚ ਜਾ ਕੇ ਜਾਨ ਤਾਂ ਉਹਨੇ ਹੀ ਬਚਾਉਣੀ ਹੈ, ਉਹਦਾ ਧਿਆਨ ਰੱਖਿਆ ਜਾਂਦਾ। ਆਰਮੀ ਡਿਸਿਪਲਿਨ ਨਾਲ ਜੁੜੀ ਹੋਈ ਹੈ ਬਹੁਤ ਜ਼ਿਆਦਾ। ਜੇ ਇਹ ਡਿਸਿਪਲਿਨ ਹੀ ਹੈ ਜਿਹੜਾ ਬਾਅਦ ਜਾ ਕੇ ਹਰ ਇੱਕ ਇੰਡੀਵਿਜੂਅਲ ਸੋਲਜਰ ਨੂੰ ਕੰਮ ਆਉਂਦਾ, ਅਤੇ ਜਿਹੜੇ ਕਮਾਂਡ ਐਂਡ ਕੰਟਰੋਲ ਲਈ ਇਹ ਡਿਸਿਪਲਿਨ ਹੀ ਹੈ ਜਿਹਦੀ ਵਜ੍ਹਾ ਨਾਲ ਸਾਰਾ ਕੁਝ ਐਗਜ਼ੀਕਿਊਟ। ਹੁਣ ਜਿਵੇਂ ਮੈਂ ਤੁਹਾਡੇ ਮੋਢੇ 'ਤੇ ਸਟਾਰਸ ਦੀ ਵੀ ਗੱਲ ਕੀਤੀ ਸੀ, ਤਾਂ ਇਹ ਸਟਾਰਸ ਨੂੰ ਦੇਖ ਕੇ ਵੀ ਕਈ ਲੋਕ ਸਿੱਧਾ ਹੀ ਸਟਾਰਸ ਨੂੰ ਦੇਖ ਕੇ ਪਛਾਣ ਜਾਂਦੇ ਆ ਵੀ ਕਿਹੜੇ ਅਹੁਦੇ 'ਤੇ। ਇਹਦਾ ਕਿੱਦਾਂ ਪਤਾ ਲੱਗਦਾ? ਸਟਾਰਸ ਬਾਰੇ ਵੀ ਜਾਣਕਾਰੀ ਦਿਓ। ਮੈਂ ਦੇਖ ਰਿਹਾ ਤੁਹਾਡੀ ਕੈਪ 'ਤੇ ਵੀ ਗੋਲਡਨ ਜਿਹੜੀ ਹੈ ਰੋਪ ਵੀ ਹੈਗੀ ਆ, ਉਹਦੇ ਬਾਰੇ ਵੀ ਮਾੜਾ ਜਿਹਾ ਦੱਸੋ। ਸਟਾਰਸ ਦੀ ਗੱਲ ਕਰਾਂ, ਜਿਵੇਂ ਸਟਾਰਸ ਹੈ, ਜੇ ਕੰਧੇ 'ਤੇ 2 ਸਟਾਰਸ ਨੇ, ਠੀਕ ਹੈ, ਤਾਂ ਉਹ ਜਿਹੜਾ ਰੈਂਕ ਹੁੰਦਾ ਲੈਫਟੀਨੈਂਟ ਹੁੰਦਾ। ਪਰ ਜੇ ਕੰਧੇ 'ਤੇ 2 ਸਟਾਰਸ 'ਤੇ ਇੱਕ ਇੱਥੇ ਸਟ੍ਰਿਪ ਹੁੰਦੀ ਹੈ, ਠੀਕ ਹੈ, ਲਾਲ ਅਤੇ ਗੋਲਡਨ ਕਲਰ ਦੀ, ਜੇ ਉਹ ਸਟ੍ਰਿਪ ਹੈਗੀ ਹੈ ਤਾਂ ਮਤਲਬ ਉਹ ਸੂਬੇਦਾਰ ਹੈ। ਸੂਬੇਦਾਰ ਇੱਕ, ਜਿਵੇਂ ਤੁਸੀਂ ਸੋਲਜਰ ਭਰਤੀ ਹੁੰਦੇ ਹੋ ਤਾਂ ਜੂਨੀਅਰ ਕਮਿਸ਼ਨ ਆਫਿਸਰ ਕਹਿੰਦੇ ਆ ਉਹਨੂੰ, ਤਾਂ ਸੋਲਜਰ ਰੈਂਕ 'ਤੇ ਜੇ ਬੰਦਾ 2 ਸਟਾਰ ਤੱਕ ਪਹੁੰਚੇ ਤਾਂ ਉਹਨੂੰ ਸੂਬੇਦਾਰ ਕਹਿੰਦੇ ਹਾਂ ਆਪਾਂ। ਪਰ ਉਹ ਕੁਝ ਸਟ੍ਰਿਪ ਨਹੀਂ ਹੈਗੀ, ਤਾਂ ਬੰਦਾ ਆਫਿਸਰ ਹੈ ਉਹ, ਤਾਂ ਉਹ ਲੈਫਟੀਨੈਂਟ। ਫਿਰ ਇਹ ਤੋਂ ਬਾਅਦ 3 ਸਟਾਰਸ ਹੁੰਦੇ ਨੇ। 3 ਸਟਾਰਸ ਇੱਕ ਕੈਪਟਨ ਨੂੰ ਕਿਹਾ ਜਾਂਦਾ ਉਹਨੂੰ, ਜਿਹੜੇ 3 ਸਟਾਰਸ ਨੇ ਦੋਨੋਂ ਸ਼ੋਲਡਰਸ 'ਤੇ। ਫਿਰ ਉਹ ਤੋਂ ਬਾਅਦ ਆਉਂਦਾ ਆਪਣਾ ਮੇਜਰ, ਉਹਦੇ ਵਿੱਚ ਇੱਕ ਅਸ਼ੋਕਾ ਸਤੰਭ ਹੁੰਦਾ। ਅਸ਼ੋਕਾ ਦੇ ਦੋਨੋਂ ਪਾਸੇ ਹੈ ਤਾਂ ਮਤਲਬ ਉਹ ਮੇਜਰ ਰੈਂਕ ਦਾ ਹੈ। ਇਹ ਸਾਰੇ ਕਲਾਸ 1 ਗੈਜ਼ੇਟਡ ਆਫਿਸਰਸ ਨੇ। ਫਿਰ ਅਸ਼ੋਕਾ ਦੇ ਨਾਲ ਇੱਕ ਸਟਾਰ ਜਾ ਕੇ ਤਾਂ ਲੈਫਟੀਨੈਂਟ ਕਰਨਲ ਹੋ ਗਿਆ,
ਅਸ਼ੋਕਾ ਨਾਲ 2 ਸਟਾਰਸ ਆ ਗਏ ਤਾਂ ਫਿਰ ਫੁੱਲ ਕਰਨਲ ਹੋ ਗਿਆ, ਉਹਦੇ ਨਾਲ ਕਾਲਰ ਬੈਚ ਆ ਜਾਂਦਾ। ਹੁਣੇ ਮੇਰੇ ਕਾਲਰ 'ਤੇ ਕੁਛ ਨਹੀਂ ਹੈਗਾ, ਪਰ ਜੇ ਮੈਂ ਕਰਨਲ ਬਣ ਗਿਆ ਅੱਗੇ ਜਾ ਕੇ ਤਾਂ ਮੇਰੇ ਕਾਲਰ 'ਤੇ ਰੈਂਕ ਆ ਜਾਊਗਾ। ਫਿਰ ਜੇ ਮੈਂ ਬ੍ਰਿਗੇਡੀਅਰ ਬਣਿਆ ਤਾਂ ਫਿਰ ਇੱਥੇ 1 ਸਟਾਰ ਆ ਜਾਊਗਾ, ਇੱਥੇ ਕਾਲਰ 'ਤੇ, ਅਤੇ ਇੱਥੇ 3 ਸਟਾਰ ਅਤੇ 1 ਅਸ਼ੋਕਾ। ਫਿਰ ਮੇਜਰ ਜਨਰਲ ਉਹਦਾ ਸਵੋਰਡਸ ਹੁੰਦੀਆਂ ਨੇ, ਕ੍ਰੋਸ ਸਵੋਰਡਸ, 1 ਕ੍ਰੋਸ ਸਵੋਰਡ ਅਤੇ 1 ਸਟਾਰ, ਅਤੇ ਇੱਥੇ 2 ਸਟਾਰ ਮੇਜਰ ਜਨਰਲ। ਅਤੇ ਫਿਰ ਲੈਫਟੀਨੈਂਟ ਜਨਰਲ ਕ੍ਰੋਸ ਸਵੋਰਡ ਅਤੇ 1 ਅਸ਼ੋਕਾ, ਅਤੇ ਇੱਥੇ 3 ਸਟਾਰ। ਫੁੱਲ ਜਨਰਲ ਜਿਹੜਾ ਜਨਰਲ ਆਫ ਦੀ ਆਰਮੀ, ਕ੍ਰੋਸ ਸਵੋਰਡਸ, ਅਸ਼ੋਕਾ ਸਤੰਭ, 1 ਸਟਾਰ, ਇੱਥੇ 4 ਸਟਾਰ। ਅਤੇ ਇੱਦਾਂ ਪੂਰੀ ਹਾਇਰਾਰਕੀ ਹੈ ਜਿੱਥੇ ਬੰਦਾ ਪਹਿਚਾਣ ਸਕਦਾ ਕਿ ਕਿਵੇਂ ਬੰਦਾ ਕਿਹੜਾ ਰੈਂਕ ਦਾ। ਅਤੇ ਜਿਹੜਾ ਵੀ ਕੋਈ ਆਫਿਸਰ ਹੈ, ਠੀਕ ਹੈ, ਸਭ ਤੋਂ ਬੇਸ ਲੈਵਲ ਆਫਿਸਰਸ ਦੇ ਇਹ ਤੁਹਾਨੂੰ ਦਿਖੂਗੀ, ਠੀਕ ਹੈ, ਇਹ ਜਿਹੜੇ ਤੁਹਾਨੂੰ ਪੂਰਾ ਪੈਟਰਨ ਦਿਖ ਰਿਹਾ ਟੋਪੀ ਦੇ ਫਸਟ, ਪੀ ਕੈਪ ਦੇ ਫਸਟ, ਇਹ ਉਸ ਆਫਿਸ ਦੀ ਪਹਿਚਾਣ ਹੈ। ਜੇ 2 ਹੋ ਗਏ ਤਾਂ ਮਤਲਬ ਕਰਨਲ ਰੈਂਕ ਹੈ, ਅਤੇ ਫਿਰ ਇੱਧਰ ਦਾ ਵੱਧਦੇ ਜਾਂਦੇ। ਵੈਸੇ ਕਰਨਲ ਐਂਡ ਅਬਵ ਦੇ 2 ਹੁੰਦੀਆਂ ਨੇ, ਠੀਕ ਹੈ, ਤਾਂ ਇਹ ਤੋਂ ਪਹਿਚਾਣ ਹੋ ਜਾਂਦੀ ਹੈ ਉਹਦੀ। ਅਤੇ ਜਿਹੜਾ ਇਹ ਤੁਸੀਂ ਬੈਚ ਦੇਖ ਰਹੇ ਹੋ, ਇਹ ਤੁਹਾਡੀ ਰੈਜੀਮੈਂਟ ਨੂੰ ਸ਼ੋਅ ਕਰਦਾ। ਇੱਦਾਂ ਸਾਰਿਆਂ ਦੀ ਰੈਜੀਮੈਂਟ ਦਾ ਅਲੱਗ ਅਲੱਗ ਬੈਚ ਹੁੰਦਾ। ਤਾਂ ਇੱਕ ਹੋਰ ਗੱਲ ਆ ਵੀ ਸਾਡੇ ਨਾ ਨੌਜਵਾਨ ਥੋੜ੍ਹੇ ਜਿਹੇ ਨਾ, ਜੇ ਪਹਿਲਾਂ ਦੀ ਗੱਲ ਕਰਦੇ ਹਾਂ, ਅੱਜ ਤੋਂ 10-15 ਸਾਲ ਪਹਿਲਾਂ ਦੀ ਗੱਲ ਕਰਦੇ ਹਾਂ, ਤਾਂ ਬਹੁਤ ਵਧੀਆ ਸੀ। ਕੋਈ ਕਹਿੰਦਾ ਸੀ ਗੋਲ ਸੈੱਟ ਕਰਦਾ ਸੀ, ਮੈਂ ਇਹ ਬਣਨਾ, ਕੋਈ ਇਹ ਬਣਨਾ, ਕੋਈ ਕਹਿੰਦਾ ਸੀ ਮੈਂ ਬਿਜ਼ਨਸਮੈਨ ਬਣਨਾ ਤਾਂ ਬਿਜ਼ਨਸ ਦੇ ਵਿੱਚ ਜਾਣਾ। ਸਭ ਨੇ ਆਪਣਾ ਆਪਣਾ, ਸਾਰਿਆਂ ਨੇ ਵਧੀਆ ਕੀਤਾ। ਤਾਂ ਹੁਣ ਦੇ ਜਿਹੜੇ ਨੌਜਵਾਨ ਨਾ, ਪਤਾ ਹੀ ਨਹੀਂ ਲੱਗ ਰਿਹਾ, ਐਂਡ 'ਤੇ ਬਸ ਇੱਕੋ ਗੱਲ ਆਉਂਦੀ ਹੈ ਵੀ ਬਾਹਰ ਜਾਣਾ। ਤਾਂ ਉਹੋ ਜਿਹੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਤਾਂ ਕਹਿ ਰਿਹਾ ਵੀ 25 ਸਾਲ 'ਚ ਕੁਛ ਅਚੀਵ ਕੀਤਾ ਤਾਂ ਜ਼ਰੂਰ ਉਹਨਾਂ ਨੂੰ ਦੱਸੋ ਮਾੜਾ ਜਿਹਾ। ਮੇਰੇ ਵੀ ਹਾਣ ਦੇ ਕਾਫੀ ਸੀਗੇ ਜਿਹੜੇ ਬਾਹਰ ਚਲੇ ਗਏ। ਕਈਆਂ ਦਾ ਗੋਲ ਹੀ ਸੀਗਾ ਬਾਹਰ ਜਾਣਾ, ਅਤੇ ਕਈਆਂ ਦੇ ਕੋਲ ਜਦੋਂ ਆਪਸ਼ਨ ਨਹੀਂ ਬਚਿਆ ਤਾਂ ਬਾਹਰ ਚਲੇ ਗਏ। ਮੈਂ ਤਾਂ ਇੰਨਾ ਹੀ ਕਹੂੰਗਾ ਜੀ ਕਿ ਕੋਈ ਵੀ ਚੀਜ਼ ਲਈ ਨਾ ਕੰਸਿਸਟੈਂਸੀ ਚਾਹੀਦੀ ਹੁੰਦੀ ਹੈ ਨਾ। ਜੇ ਤੁਸੀਂ ਕਲਾਸ 1 ਆਫਿਸਰ ਬਣਨਾ ਚਾਹੁੰਦੇ ਹੋ ਤਾਂ ਇੱਕ ਦਿਨ ਦਾ ਖੇਡ ਨਹੀਂ ਹੈਗਾ, ਥੋੜ੍ਹਾ ਲੰਬਾ ਟਾਈਮ ਚਾਹੀਦਾ। ਤੁਸੀਂ ਜੇ ਡੈਡੀਕੇਟਿਡ ਹੋ, ਤੁਹਾਡੇ ਮਨ 'ਚ ਤੁਸੀਂ ਰੱਖ ਲਿਆ ਕਿ ਮੈਂ ਬਣਨਾ, ਤਾਂ ਫਿਰ ਉਹਦੇ ਲਈ ਕਾਫੀ ਅੱਛਾ ਖਾਸਾ, ਜਿਵੇਂ ਮੈਂ ਤਾਂ ਸੱਚੀ ਦੱਸੂੰ ਤਾਂ ਮੇਰੀ 12ਵੀਂ ਤੋਂ ਬਾਅਦ ਜਿਹੜੀ ਪ੍ਰਿਪਰੇਸ਼ਨ ਹੋਈ ਹੈ ਨਾ, ਉਹ ਬਹੁਤ ਜ਼ਿਆਦਾ ਇੱਦਾਂ ਫੋਕਸਡ ਸੀਗੀ ਇਸ ਪਰਟੀਕੂਲਰ ਚੀਜ਼ ਲਈ, ਠੀਕ ਹੈ। ਪਰ ਇੱਕ ਹੋਰ ਚੀਜ਼ ਜਿਹੜੀ ਲੋਕ ਮਿਸ ਕਰ ਜਾਂਦੇ, ਉਹ ਕਰ ਜਾਂਦੇ ਕਿ ਇੱਕ ਕੋਈ ਬੈਕਅਪ ਆਪਸ਼ਨ ਨਹੀਂ ਰੱਖਦੇ। ਮੈਂ ਬਹੁਤ ਸਾਰੇ ਲੋਕ ਦੇਖੇ ਜਿਹੜੇ ਆਰਮੀ ਲਈ ਪ੍ਰਿਪੇਅਰ ਕਰਦੇ ਆ, ਪਰ ਬਾਅਦ ਜਾ ਕੇ ਨਹੀਂ ਹੋ ਪਾਉਂਦਾ ਉਹਨਾਂ ਦਾ ਕਿਸੇ ਕਾਰਨਵਸ਼ 'ਤੇ, ਪਰ ਫਿਰ ਉਹ ਇਸ ਕ੍ਰੋਸ ਰੋਡ 'ਚ ਆ ਕੇ ਫਸ ਜਾਂਦੇ ਜਿੱਥੇ ਉਹਨਾਂ ਕੋਲ ਕੋਈ ਰਾਹ ਨਹੀਂ ਹੈਗਾ ਕਿਤੇ ਜਾਣ ਦਾ। ਉਹਨਾਂ ਦਾ ਇੱਕ ਹੀ ਗੋਲ ਸੀਗਾ ਕਿ ਮੈਂ ਆਰਮੀ 'ਚ ਜਾਣਾ, ਫਿਰ ਉਹ ਤੋਂ ਇਲਾਵਾ ਉਹਨਾਂ ਨੇ ਕੋਈ ਬੈਕਅਪ ਆਪਸ਼ਨ ਰੱਖੇ ਨਹੀਂ। ਫਿਰ ਉਹ ਦੁਬਾਰਾ ਸਟਾਰਟ ਕਰਦੇ ਕਿਸੇ ਵੀ ਚੀਜ਼ ਲਈ। ਮੈਂ ਇਹ ਕਹੂੰਗਾ ਕਿ ਤੁਸੀਂ ਕੋਈ ਵੀ ਗੋਲ ਲਈ ਪਰਸਿਊ ਕਰ ਰਹੇ ਹੋ, ਠੀਕ ਹੈ, ਕਹਿੰਦੇ ਕਿ 100% ਦੋ ਉਸ ਵੱਲ ਦਿਓ, ਪਰ ਇੱਕ ਬੈਕਅਪ ਆਪਸ਼ਨ ਜਦੋਂ ਤੁਸੀਂ ਰੱਖ ਲਿਆ ਨਾ, ਤਾਂ ਤੁਹਾਡੇ ਕੋਲ ਹੋਰ ਕੌਨਫੀਡੈਂਸ ਆਊਗਾ ਅੰਦਰੋਂ ਕਿ ਮੈਂ ਜੇ ਇੱਥੇ ਨਹੀਂ ਵੀ ਗਿਆ ਨਾ, ਮੇਰੇ ਕੋਲ ਪਿੱਛੇ ਹਟਣ ਲਈ ਕੁਛ ਹੈਗਾ। ਜੇ ਉਹ ਆਪਸ਼ਨ ਨਾ ਹੋਵੇ ਤਾਂ ਤੁਹਾਨੂੰ ਹਮੇਸ਼ਾ ਡਰ ਰਹੂਗਾ ਕਿ ਜੇ ਇਹ ਨਹੀਂ ਹੋਇਆ, ਫਿਰ ਜੇ ਮੈਂ ਨਹੀਂ ਸਿਲੈਕਟ ਹੋਇਆ, ਫਿਰ ਤਾਂ ਉਸ ਡਰ ਨੂੰ ਪਹਿਲਾਂ ਐਲੀਮੀਨੇਟ ਕਰ ਦਿਓ। ਉਹਦੀ ਥੋੜ੍ਹੀ ਪਲੈਨਿੰਗ ਚਾਹੀਦੀ ਹੁੰਦੀ ਹੈ। ਅੱਜ ਤਾਂ ਸਰ ਤੁਹਾਨੂੰ ਔਨਲਾਈਨ ਤੁਸੀਂ ਬਹੁਤ ਜਲਦੀ ਅਵੇਅਰ ਹੋ ਸਕਦੇ ਹੋ। ਇਹ ਖਾਸ ਕਰ ਪੇਰੈਂਟਸ ਨੂੰ ਕਹਿਣਾ ਚਾਹੂੰਗਾ ਮੈਂ ਕਿ ਤੁਹਾਡੀ ਅਵੇਅਰਨੈਸ ਬਹੁਤ ਜ਼ਿਆਦਾ ਜ਼ਰੂਰੀ ਹੈ, ਠੀਕ ਹੈ। ਬੱਚਿਆਂ ਨੂੰ ਤਾਂ ਚਲੋ ਠੀਕ ਹੈ, ਪੁੱਛ ਪੱਛ ਕੇ ਪਤਾ ਲੱਗ ਜਾਂਦਾ, ਅਤੇ ਜੇ ਪੇਰੈਂਟਸ ਦੇ ਵੱਲ ਤੋਂ ਪਤਾ ਲੱਗ ਜਾਏ ਨਾ ਪਹਿਲਾਂ ਹੀ ਕਿ ਬੱਚੇ ਤੂੰ ਇਹਦੀ ਤਿਆਰੀ ਕਰ, ਤਾਂ ਬੱਚੇ ਨੂੰ ਜਦ ਥੋੜ੍ਹਾ ਪੇਰੈਂਟਸ ਦੇ ਵੱਲ ਤੋਂ ਪਤਾ ਲੱਗਦਾ ਤਾਂ ਥੋੜ੍ਹਾ ਕਰਦਾ ਬੰਦਾ ਕਿ ਹਾਂ ਚਲੋ ਠੀਕ ਹੈ, ਇੰਡੀਆ ਦਾ ਪੇਪਰ ਆਉਣ ਵਾਲਾ, ਇੰਡੀਆ ਦਾ ਪੇਪਰ ਦੇ ਦੇ। ਤਾਂ ਹੁਣ ਜੇ 10th ਕਲਾਸ ਤੋਂ ਬਾਅਦ 11th 'ਚ ਮੈਂ ਪੜ੍ਹਿਆ ਤਾਂ ਮੈਂ 11th ਤੋਂ ਸ਼ੁਰੂ ਕਰਤੀ ਇੰਡੀਆ ਦੀ ਪ੍ਰਿਪਰੇਸ਼ਨ। ਫਿਰ 12ਵੀਂ ਪਾਸ ਕਰਦੇ ਕਰਦੇ ਮੈਂ ਇੰਡੀਆ ਕਲੀਅਰ ਕਰ ਜੂੰਗਾ। 2 ਸਾਲ ਬਹੁਤ ਨੇ ਪੇਪਰ ਲਈ, ਪਰ ਉਹਦੇ ਨਾਲ ਨਾਲ ਜੇ ਬੰਦੇ ਨੂੰ ਪਤਾ ਕਿ ਮੈਂ SSB ਕਲੀਅਰ ਕਰਨੀ ਹੈ ਤਾਂ ਆਪਣੀ ਕਮਿਊਨੀਕੇਸ਼ਨ ਸਕਿੱਲਸ ਪਰ ਵਰਕ ਕਰੂਗਾ ਬੰਦਾ, ਠੀਕ, ਆਪਣੇ ਕੌਨਫੀਡੈਂਸ ਪਰ ਵਰਕ ਕਰੂਗਾ। ਅਤੇ ਜੇ ਪੇਰੈਂਟਸ ਉਹਨੂੰ ਥੋੜ੍ਹਾ ਪੁਸ਼ ਕਰਨ, ਇੱਦਾਂ ਸਕੂਲ 'ਚ ਐਕਟੀਵਿਟੀਜ਼ ਜਿਹੜੀਆਂ ਹੁੰਦੀਆਂ ਨੇ, ਆਪਣੀ ਮੋਰਨਿੰਗ ਅਸੈਂਬਲੀ ਹੋ ਗਈ, ਬੱਚਾ ਜਾ ਕੇ ਸਵੇਰੇ ਮੋਰਨਿੰਗ ਅਸੈਂਬਲੀ 'ਚ ਥੋਟ ਬੋਲਦੇ, ਨਿਊਜ਼ ਬੋਲਦੇ, ਜਾਂ ਫਿਰ ਇੱਦਾਂ ਡਿਬੇਟ 'ਚ ਪਾਰਟੀਸਪੇਟ ਕਰ ਲਏ, ਤਾਂ ਇਹ ਸਾਰੀ ਚੀਜ਼ਾਂ ਬਹੁਤ ਜ਼ਿਆਦਾ ਹੈਲਪ ਕਰਦੀਆਂ ਬੰਦੇ ਨੂੰ। ਤਾਂ ਜੇ ਬੱਚਾ ਸਟਾਰਟਿੰਗ ਤੋਂ ਐਕਟਿਵ ਹੈ, ਪੇਰੈਂਟਸ ਦਾ ਬਹੁਤ ਜ਼ਿਆਦਾ ਰੋਲ ਹੈ। ਜੇ ਐਕਟਿਵ ਹੈ ਉਹ 'ਤੇ ਪੇਰੈਂਟਸ ਧਿਆਨ ਦੇ ਰਹੇ ਨੇ ਕਿ ਹਾਂ ਕਿ ਬੱਚੇ ਤੂੰ ਜਾ ਕੇ ਇਹ ਕਰ, ਸਕੂਲ 'ਚ ਅੱਜ ਤੂੰ ਕੀ ਕੀਤਾ ਪੁੱਛ ਰਹੇ ਨੇ, ਤਾਂ ਅਲਟੀਮੇਟਲੀ ਉਸ ਬੱਚੇ ਦਾ ਕੌਨਫੀਡੈਂਸ ਵੀ ਵਧੂਗਾ ਇਹਨਾਂ ਸਭ ਚੀਜ਼ਾਂ 'ਚ ਪਾਰਟੀਸਪੇਟ ਕਰਕੇ। ਅਤੇ ਬਾਅਦ ਜਾ ਕੇ ਜਦੋਂ ਇਸ ਲੈਵਲ 'ਤੇ ਆਊਗਾ ਜਿੱਥੇ ਉਹ ਜੋਬ ਢੂੰਢ ਰਿਹਾ, ਉਹਨੂੰ ਬਹੁਤ ਜ਼ਿਆਦਾ ਹੈਲਪ ਮਿਲੂਗੀ। ਪਰ ਜੇ ਤੁਸੀਂ ਸਭ ਕੁਛ ਨਹੀਂ ਕੀਤਾ ਕਦੇ ਪਹਿਲਾਂ, ਇੱਕਦਮ ਆ ਕੇ ਇੱਥੇ ਸੋਚੋ ਕਿ ਹੁਣ ਮੈਂ ਕਰੂੰਗਾ, ਤਾਂ ਫਿਰ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਉਸ ਚੀਜ਼ ਨੂੰ ਇੰਪਰੂਵ ਕਰਦੇ ਕਰਦੇ। ਫਿਰ ਏਜ ਨਿਕਲ ਜਾਂਦੀ, ਫਿਰ ਬੰਦਾ ਫਿਰ ਸੋਚਦਾ ਕਿ ਚਲੋ ਯਾਰ ਬਾਹਰ ਚੱਲਦੇ ਹਾਂ। ਤਾਂ ਪੇਰੈਂਟਸ ਨੂੰ ਥੋੜ੍ਹਾ ਧਿਆਨ ਦੇਣ ਵਾਲੀ ਲੋੜ ਹੈ ਕਿ ਜੇ ਬਚਪਨ ਤੋਂ ਉਹਨਾਂ ਨੇ ਆਪਣੇ ਬੱਚੇ 'ਤੇ ਧਿਆਨ ਦਿੱਤਾ, ਉਹਦੀ ਇਹ ਸਭ ਸਕਿੱਲਸ ਜਿਹੜੀਆਂ ਇੰਪਰੂਵ ਕਰਾਤੀਆਂ, ਅਤੇ ਬਾਅਦ 'ਚ ਜਾ ਕੇ ਜਦੋਂ ਟਾਈਮ ਆਊਗਾ ਤਾਂ ਇੱਕ ਨਾ ਗੱਲ
ਤੁਹਾਡੇ ਨਾਲ ਗੱਲ ਕਰਦੇ ਦਿਮਾਗ 'ਚ ਆਈ ਵੀ ਅਸੀਂ ਨਾ ਕਈ ਵਾਰੀ ਲੋਕ ਜਿਹੜੇ ਨੇ ਇਹ ਕਹਿ ਦਿੰਦੇ ਆ ਵੀ ਆਰਮੀ ਵਾਲੇ ਜਿਹੜੇ ਨਾ ਜਾਨ ਕੱਢ ਦਿੰਦੇ ਨੇ। ਜੇ ਬੰਦਾ ਤਿਆਰੀ ਕਰਦਾ ਤਾਂ ਪੂਰਾ ਐਂ ਮਤਲਬ ਵੀ ਇੱਕ ਤਾਂ ਚਲੋ ਸਰੀਰ ਵੀ ਫਿੱਟ ਹੁੰਦਾ, ਪਰ ਇਹ ਸਾਰੀ ਫਿਰ ਤਿਆਰੀ ਕਿੱਦਾਂ ਕੀਤੀ ਤੁਸੀਂ? ਤਿਆਰੀ ਮੇਰਾ ਵੱਡਾ ਭਰਾ ਹੈਗਾ ਤੇ ਉਹਦਾ ਵੀ ਇਹੀ ਗੋਲ ਸੀ, ਉਹ ਸਾਕਾਰ ਨਹੀਂ ਕਰ ਪਾਇਆ, ਪਰ ਮੇਰੇ ਸਿਲੈਕਟ ਹੋਣ 'ਚ ਉਹਦਾ ਬਹੁਤ ਵੱਡਾ ਹੱਥ ਹੈ। ਤੇ ਤਿਆਰੀ ਇੱਦਾਂ ਹੁੰਦੀ ਹੈ ਸਰ ਕਿ ਤੁਹਾਡਾ ਮਾਈਂਡਸੈਟ ਬਹੁਤ ਕਲੀਅਰ ਹੋਣਾ ਚਾਹੀਦਾ। ਜਦੋਂ ਤੁਸੀਂ ਆਰਮੀ 'ਚ ਜਾ ਰਹੇ ਹੋ ਤਾਂ ਤੁਸੀਂ ਸੋਚ ਰਹੇ ਹੋ ਕਿ ਹਾਂ ਮੈਂ ਸਿਰਫ ਇੱਕ ਜੌਬ ਨੂੰ ਸੋਚ ਕੇ ਜਾ ਰਿਹਾ ਕਿ ਜੌਬ ਹੈ, ਤਾਂ ਫਿਰ ਉਹ ਦੈਟ ਇਜ਼ ਨਾਟ ਇਨਫ। ਇੱਦਾਂ ਕਿ ਅਤੇ ਇੱਦਾਂ ਵੀ ਨਹੀਂ ਹੈਗਾ ਕਿ ਹਾਂ ਮੈਂ ਸਿਰਫ ਦੇਸ਼ ਦੀ ਸਰਵਿਸ ਕਰਨੀ ਹੈ ਇਸ ਲਈ ਮੈਂ ਜਾ ਰਿਹਾ ਕਿ ਮੈਨੂੰ ਕੋਈ ਸੈਲਰੀ ਨਹੀਂ ਚਾਹੀਦੀ, ਕੋਈ ਕੁਛ ਨਹੀਂ ਚਾਹੀਦਾ। ਆਰਮੀ ਤੁਹਾਡਾ ਬਾਕੀ ਸਾਰੀ ਚੀਜ਼ਾਂ ਵੀ ਇਟ ਟੇਕਸ ਕੇਅਰ ਆਫ ਐਵਰੀਥਿੰਗ, ਕਿ ਤੁਹਾਡੀ ਫੈਮਿਲੀ, ਤੁਹਾਡਾ ਯੋਰਸੈਲਫ, ਤੁਹਾਡੀ ਫਿਊਚਰ ਸਪਾਊਸ, ਤੁਹਾਡੇ ਬੱਚੇ, ਇਹ ਸਾਰੀ ਦੇਖਦੀ ਆ ਆਰਮੀ। ਪਲੱਸ ਜਿਹੜੀ ਤੁਸੀਂ ਸਰਵਿਸ ਕਰਦੇ ਹੋ, ਠੀਕ ਹੈ, ਉਹ ਵੀ ਇੱਕ ਬਹੁਤ ਜ਼ਿਆਦਾ ਡਿਗਨਿਟੀ ਅਤੇ ਔਨਰ ਜੁੜਿਆ ਹੁੰਦਾ ਉਹਦੇ ਨਾਲ, ਹੈ ਨਾ। ਅਤੇ ਮੇਰਾ ਸਟਾਰਟਿੰਗ ਤੋਂ ਮੈਨੂੰ ਪਤਾ ਸੀ ਕਿ ਅਗਰ ਜੇ ਚਲੋ ਇਸ ਪ੍ਰੋਫੈਸ਼ਨ 'ਚ ਜਾਣਾ ਤਾਂ ਮੈਨੂੰ ਓਨੈਸਟ ਹੋਣਾ ਪੈਣਾ। ਜੇ ਮੈਂ ਓਨੈਸਟ ਹਾਂ ਅਤੇ ਮੈਂ ਇੱਕ ਇੱਦਾਂ ਦਾ ਬੰਦਾ ਜਿਹੜਾ ਘੁਲ ਮਿਲ ਕੇ ਰਹਿੰਦਾ ਸਾਰਿਆਂ ਨਾਲ, ਦੂਜਿਆਂ ਨੂੰ ਜਾਣਨ ਦੀ ਕੋਸ਼ਿਸ਼ ਕਰਦਾ। ਫਿਰ ਇੱਦਾਂ ਦਾ ਬੰਦਾ ਜਿਹੜਾ ਕਦੇ ਕੋਈ ਚੀਜ਼ ਆਈ ਤਾਂ ਉਹ 'ਚ ਇਨੀਸ਼ੀਏਟਿਵ ਲੈਂਦਾ, ਠੀਕ ਹੈ। ਬੇਸ਼ੱਕ ਤੁਹਾਨੂੰ ਡਰ ਲੱਗ ਰਿਹਾ ਹੋਏ, ਬਚਪਨ 'ਚ ਮੈਨੂੰ ਡਰ ਲੱਗਦਾ ਸੀ ਕਿ ਹਾਂ ਮੈਂ ਸਟੇਜ 'ਤੇ ਨਹੀਂ ਜਾਣਾ, ਪਰ ਕਿਤੇ ਨਾ ਕਿਤੇ ਜਿਹੜਾ ਗੋਲ ਸੀਗਾ ਕਿ ਹਾਂ ਕਰਨਾ ਕੁਛ। ਫਿਜ਼ੀਕਲ ਤਿਆਰੀ ਕਿੱਦਾਂ ਕੀਤੀ? ਜਿਹੜੀ ਸਾਰੀ ਫਿਜ਼ੀਕਲ ਕਹਿੰਦੇ ਆ ਵੀ ਉਹ ਬਹੁਤ ਔਖੀ ਹੈ ਕਹਿੰਦੇ ਹੁੰਦੇ ਆ, ਮੈਂ ਫਿਜ਼ੀਕਲ ਤਿਆਰੀ ਦੀ ਮੈਂ ਤਾਂ ਕਹੂੰਗਾ ਐਨਸੀਸੀ ਨੇ ਬਹੁਤ ਜ਼ਿਆਦਾ ਹੈਲਪ ਕੀਤਾ ਮੈਨੂੰ ਇਸ ਚੀਜ਼ ਲਈ, ਫਿਜ਼ੀਕਲਸ ਲਈ। ਅਤੇ ਉਹ ਤੋਂ ਵੀ ਵੱਧ ਮੈਂ ਕਹੂੰਗਾ ਜੇ ਤੁਸੀਂ ਫੌਜ 'ਚ ਸੱਚੀ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਕਲੀਅਰ ਕਰ ਲਓ, ਠੀਕ ਹੈ, ਸਭ ਕੁਛ ਕਲੀਅਰ ਕਰ ਲਓ, ਫਿਰ ਇੱਕ ਵਾਰ ਅਕੈਡਮੀ 'ਚ ਚੱਲ ਜਾਓ, ਬਾਕੀ ਧਿਆਨ ਉਹਨਾਂ ਨੇ ਆਪ ਹੀ ਦੇ ਦੇਣਾ। ਤੁਸੀਂ ਅਕੈਡਮੀ 'ਚ ਚਲੇ ਗਏ ਨਾ, ਤੁਸੀਂ ਜ਼ੀਰੋ 'ਤੇ ਆ, ਤੁਹਾਨੂੰ ਹੀਰੋ ਬਣਾ ਦੇਣਗੇ ਉਹ। ਮਿਹਨਤ ਬਹੁਤ ਹੈ, ਠੀਕ ਹੈ, ਪਰ ਉਹ ਆਪਣੇ ਆਪ ਹੀ ਧਿਆਨ ਰੱਖ। ਮਿਹਨਤ ਕਿੱਦਾਂ? ਸਵੇਰੇ ਸਵੇਰੇ ਉਠਾ ਦਿੰਦੇ ਆ? ਸਵੇਰੇ ਤਾਂ ਸਾਡਾ ਫਿਰ ਦਿਨ ਕਦੇ ਵੀ ਸ਼ੁਰੂ ਹੋ ਜਾਂਦਾ, ਕਦੇ 2 ਵਜੇ, ਕਦੇ 3 ਵਜੇ, ਕਦੇ 4 ਵਜੇ। ਉੱਦਾਂ ਸਾਡੀ ਪਰੇਡ ਵੈਸੇ 5 ਵਜੇ ਤੋਂ ਸ਼ੁਰੂ ਹੁੰਦੀ ਸੀ, ਠੀਕ ਹੈ, ਪਰ ਉਹ ਤੋਂ ਪਹਿਲਾਂ 4 ਵਜੇ। ਸਰਦੀਆਂ ਗਰਮੀਆਂ ਦੋਨੋਂ? ਕੁਛ ਨਹੀਂ, ਉੱਥੇ ਸਾਰਾ ਕੁਛ ਸੇਮ ਹੈ। ਉੱਥੇ ਨਹੀਂ ਹੈ ਕਿ ਜੇ ਠੰਡ ਹੈ ਤਾਂ ਫਿਰ ਥੋੜ੍ਹਾ ਰਿਲੈਕਸੇਸ਼ਨ ਦੇ ਦਿਓ, ਜਦੋਂ ਸਕੂਲ 'ਚ ਹੁੰਦਾ। ਨਹੀਂ, ਆਰਮੀ ਤੁਹਾਨੂੰ ਦੱਸਿਆ ਡਿਸਿਪਲਿਨ 'ਤੇ ਵਰਕ ਕਰਦੀ ਹੈ, ਤਾਂ ਫਿਰ ਉਹਦੇ ਲਈ ਸਾਰਾ ਕੁਛ ਇੱਕ ਬਰਾਬਰ ਹੈ। ਤਾਂ ਸਵੇਰੇ ਉੱਠਣਾ ਤਾਂ ਉੱਠਣਾ, ਉੱਥੇ ਜਾ ਕੇ ਮਸਟਰ ਪਰੇਡ ਹੁੰਦੀ ਹੈ, ਜਿਵੇਂ ਆਪਾਂ ਇੱਥੇ ਪ੍ਰੇਅਰ ਕਰਦੇ ਹਾਂ, ਉੱਥੇ ਆਪਾਂ ਮਸਟਰ ਕਰਦੇ ਹਾਂ। ਇੱਕ ਤਰ੍ਹਾਂ ਨਾਲ ਖੁਦ ਨੂੰ ਵਾਅਦਾ ਕਰਦੇ ਹਾਂ ਕਿ ਮੈਂ ਜਿਹੜੀ ਵੀ ਸਰਵਿਸ ਕਰੂੰਗਾ ਮੈਂ ਅੱਛੀ ਤਰ੍ਹਾਂ ਕਰੂੰਗਾ। ਅਤੇ ਫਿਰ ਉਸ ਤੋਂ ਬਾਅਦ ਦਿਨ ਸ਼ੁਰੂ ਹੁੰਦਾ, ਅਤੇ ਫਿਰ ਤਾਂ ਰਾਤ ਦੇ 10:30 ਵਜੇ ਤੱਕ ਇਹੀ ਚੱਲਿਆ ਰਹਿੰਦਾ। ਬੰਦਾ ਭੱਜਦਾ ਹੀ ਰਹਿੰਦਾ ਇੱਧਰ ਉੱਧਰ। ਰੋਟੀ ਖਾਣ ਨੂੰ ਤੁਹਾਡੇ ਕੋਲ ਗਿਣ ਕੇ 2 ਮਿੰਟ ਹੁੰਦੇ ਨੇ, ਅਤੇ 2 ਮਿੰਟ 'ਚ ਤੁਸੀਂ ਕਿੰਨਾ ਹੀ ਖਾ ਲਓਗੇ। ਅਤੇ ਉਹ ਕਈ ਵਾਰ ਇਨਸ਼ੋਰ ਕਰਦੇ ਆ ਕਿ ਤੁਸੀਂ ਨਾ ਵੀ ਖਾ ਪਾਓ, ਤਾਂ ਕਿ ਜੇ ਕਦੇ ਭੁੱਖੇ ਵੀ ਰਹਿ ਜਾਓ ਤਾਂ ਤੁਹਾਡੇ ਦਿਮਾਗ 'ਤੇ ਇੱਦਾਂ ਲੋਡ ਨਾ ਹੋਵੇ ਕਿ ਮੈਂ ਰੋਟੀ ਨਹੀਂ ਖਾਧੀ ਅੱਜ। ਤਾਂ ਇਹ ਹਰ ਇੱਕ ਐਸਪੈਕਟ 'ਚ ਤੁਹਾਨੂੰ ਨਾ ਟ੍ਰੇਨ ਕਰਦੇ ਆ, ਤਾਂ ਤੁਹਾਡਾ ਦਿਮਾਗ ਇੱਕ ਪੁਆਇੰਟ 'ਚ ਆ ਕੇ ਇੰਨਾ ਸਟਰੋਂਗ ਹੋ ਜਾਂਦਾ ਕਿ ਜੇ ਤੁਸੀਂ ਸੁੱਤੇ ਨਹੀਂ, ਰੋਟੀ ਨਹੀਂ ਖਾਧੀ, ਤੁਸੀਂ ਤੁਹਾਨੂੰ ਫੋਨ ਨਹੀਂ ਹੁੰਦਾ ਤੁਹਾਡੇ ਕੋਲ, ਘਰੇ ਗੱਲ ਨਹੀਂ ਕਰ ਪਾਏ, ਇੱਕ ਤਰ੍ਹਾਂ ਨਾਲ ਤੁਸੀਂ ਪੂਰੇ ਉਹਨਾਂ ਲੋਕਾਂ ਨਾਲ ਹੀ ਮਿਕਸਡ ਅਪ ਹੋ, ਠੀਕ ਹੈ। ਹੋਰ ਬਾਹਰ ਦੀ ਦੁਨੀਆ ਤੁਹਾਡੇ ਲਈ ਗਾਇਬ। ਪਿਛਲੇ 1 ਸਾਲ 'ਚ ਮੈਂ ਮਤਲਬ ਘਰੇ ਸਿਰਫ ਸੰਡੇ ਨੂੰ ਗੱਲ ਕਰਦਾ ਸੀ, ਠੀਕ ਹੈ। ਸਟਾਰਟਿੰਗ 'ਚ ਹੁੰਦਾ ਕਿ ਘਰ ਫਿਰ ਇੱਕ ਵਾਰ ਟਾਈਮ 'ਚ ਆ ਕੇ ਫਿਰ ਬੰਦਾ ਯੂਜ਼ ਟੂ ਹੋ ਜਾਂਦਾ ਇਹਨਾਂ ਸਭ ਚੀਜ਼ਾਂ ਤੋਂ। ਤਾਂ ਕਾਫੀ ਇੱਦਾਂ ਇੱਕ ਆਲਰਾਊਂਡ ਪਰਸਨੈਲਿਟੀ ਤੁਹਾਡੀ ਸ਼ੇਪ ਕਰ ਦਿੰਦੇ ਆ, ਅਤੇ ਇੱਦਾਂ ਦਾ ਬੰਦਾ ਬਣਾ ਦਿੰਦੇ ਕਿ ਗਿਵਨ ਐਨੀ ਐਮਰਜੈਂਸੀ ਇਨ ਲਾਈਫ ਤੁਸੀਂ ਨਾ ਬ੍ਰੇਕਡਾਊਨ ਨਹੀਂ ਹੋਣਾ। ਤੁਸੀਂ ਬਹੁਤ ਠਹਿਰਾਵ ਨਾਲ ਉਸ ਚੀਜ਼ ਬਾਰੇ ਸੋਚ ਸਕਦੇ ਹੋ, ਅਤੇ ਉਹਦੇ ਅਗੇਂਸਟ ਜਾਂ ਫਿਰ ਉਹਦੇ ਫੇਵਰ 'ਚ ਐਕਟ ਕਰ ਸਕਦੇ ਹੋ। ਅਤੇ ਇੱਕ ਠਹਿਰਾਵ ਲਿਆਉਂਦਾ ਪਰਸਨੈਲਿਟੀ 'ਚ। ਹੁਣ ਅੰਤ ਦੇ ਵਿੱਚ ਮੈਂ ਇਹ ਸਵਾਲ ਪੁੱਛਣਾ ਚਾਹਾਂਗਾ, ਲੋਕ ਇੱਕ ਗੱਲ ਕਹਿੰਦੇ ਵੀ ਪੇ, ਉਹਦੇ ਨਾਲ ਹਰ ਕਿਸੇ ਨੂੰ ਲੈਣਾ ਦੇਣਾ, ਆਮ ਲੋਕਾਂ ਦਾ ਸਵਾਲ ਪੁੱਛਣਾ ਜ਼ਰੂਰੀ ਹੈ। ਪੇ ਤਾਂ ਸਰ ਇੱਦਾਂ ਦੱਸਦਾ ਤੁਹਾਨੂੰ, ਜਿਵੇਂ ਕਲਾਸ ਏ ਆਫਿਸਰ ਹੋ ਤੁਸੀਂ, ਠੀਕ ਹੈ, ਅਤੇ ਜਿਵੇਂ ਤੁਸੀਂ IAS ਬਾਰੇ ਜ਼ਿਆਦਾ ਸੁਣਦੇ ਆ ਲੋਕ, IAS IPS, ਤਾਂ ਜਿਹੜਾ ਆਰਮੀ ਦਾ ਇੱਕ ਲੈਫਟੀਨੈਂਟ ਹੈ ਉਹ IPS IAS ਦੇ ਫਸਟ ਆਫਿਸਰ ਦੇ ਬਰਾਬਰ ਇਕੁਇਵਲੈਂਟ ਹੈ। ਉਹ ਵੀ ਕਲਾਸ ਏ ਨੇ, ਆਪਾਂ ਵੀ ਕਲਾਸ ਏ ਨੇ। ਸਾਡੀ ਸੈਲਰੀ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਹੈਗਾ, ਮਤਲਬ ਐਗਜ਼ੈਕਟਲੀ ਸੇਮ ਬੇਸਿਕ ਸੈਲਰੀ ਦੋਨਾਂ ਦੀ ਸੇਮ 56,100 ਸਟਾਰਟਿੰਗ ਸੈਲਰੀ, ਬੇਸ ਸੈਲਰੀ। ਇਹਦੇ ਵਿੱਚ ਬਹੁਤ ਸਾਰੇ ਐਡ ਔਨਸ ਹੁੰਦੇ ਨੇ। ਜਿਹੜਾ ਆਰਮੀ ਵਾਲਾ ਬੰਦਾ ਉਹਦੇ ਅਲਾਊਂਸਸ ਲੱਗਦੇ ਆ, ਮਿਲਟਰੀ ਸਰਵਿਸ ਪੇ ਲੱਗਦੀ ਹੈ, ਜੇ ਤੁਸੀਂ ਟੈਕਨੀਕਲ ਸਟਰੀਮ ਤੋਂ ਟੈਕਨੀਕਲ ਅਲਾਊਂਸ ਲੱਗਦਾ, ਜੇ ਤੁਸੀਂ ਕਿਸੇ ਹਾਰਡ ਪੋਸਟਿੰਗ 'ਚ ਤਾਂ ਹਾਰਡ ਪੋਸਟਿੰਗ ਅਲਾਊਂਸ ਲੱਗਦਾ। ਤਾਂ ਮਿਲਾ ਕੇ ਤੁਹਾਨੂੰ 1,10,000 ਦੇ ਨੇੜੇ ਤੇੜੇ ਇੱਕ ਮਹੀਨੇ ਦਾ ਬਣ ਜਾਂਦਾ। ਅਤੇ ਫਿਰ ਉਹਦੇ ਵਿੱਚ ਫਿਰ ਬੰਦੇ ਦੀ ਇੰਡੀਵਿਜੂਅਲ ਉਹ ਹੈ ਕਿ ਉਹ ਫਿਰ 10,000 ਰੁਪਏ ਤੁਹਾਡਾ ਆਰਮੀ ਗਰੁੱਪ ਆਫ ਇੰਸ਼ੋਰੈਂਸ
ਉਹਦਾ ਕੱਟਦਾ। ਅਤੇ ਫਿਰ ਉਹ ਆਪਣੀ ਡਿਡਕਸ਼ਨਸ ਹੈ ਤੁਸੀਂ ਆਪਣੇ ਆਪ ਕਰਾ ਸਕਦੇ ਹੋ। ਅਤੇ ਬਾਕੀ ਤਾਂ ਸੈਲਰੀ ਤਾਂ ਮੈਂ ਕਹਿੰਦਾ ਕਿ ਗਿਵਨ ਇੰਨੀ ਸਾਰੀ ਫੈਸਿਲਿਟੀਜ਼, ਤੁਹਾਡੇ ਅਕੋਮੋਡੇਸ਼ਨ ਹੈਗਾ, ਤੁਹਾਡੇ ਕੋਲ ਟਰਾਂਸਪੋਰਟੇਸ਼ਨ ਹੈਗਾ, ਤੁਹਾਡੇ ਕੋਲ ਬਿਜਲੀ ਫ੍ਰੀ ਹੈ ਤੁਹਾਨੂੰ, ਠੀਕ ਹੈ, ਪਾਣੀ ਫ੍ਰੀ ਹੈ ਤੁਹਾਨੂੰ, ਅਤੇ ਫਿਰ CSD ਫੈਸਿਲਿਟੀਜ਼ ਨੇ, ਤੁਹਾਨੂੰ ਮਿਲਟਰੀ ਹੌਸਪੀਟਲਸ ਨੇ ਜਿੱਥੇ ਤੁਸੀਂ ਫ੍ਰੀ ਇਲਾਜ ਕਰਾ ਸਕਦੇ ਹੋ ਆਪਣਾ, ਠੀਕ ਹੈ, ਤੁਹਾਨੂੰ ਬਹੁਤ ਸਾਰੇ ਕਲੱਬਸ ਦੀ ਮੈਂਬਰਸ਼ਿਪਸ ਨੇ, ਅਤੇ ਇੰਨੀ ਸਾਰੀ ਚੀਜ਼ਾਂ ਬਾਅਦ ਜਿਹੜਾ ਮੇਜਰ ਖਰਚਾ ਹੁੰਦਾ ਬਾਹਰ ਤੁਹਾਡਾ, ਉਹ ਤਾਂ ਹੈ ਹੀ ਨਹੀਂ ਆਰਮੀ 'ਚ। ਉਸ ਤੋਂ ਬਾਅਦ ਇਹ ਸੈਲਰੀ ਵੀ ਹੈਗੀ ਆ। ਤਾਂ ਵੈਸੇ ਤਾਂ ਬਹੁਤ ਇਹ ਫਾਈਨੈਂਸ਼ੀਅਲ ਸੈਕਟਰ ਵਿੱਚ ਤਾਂ ਤੁਸੀਂ ਕਾਫੀ ਅੱਛਾ ਕਰਦੇ ਹੋ ਜੇ ਤੁਸੀਂ ਫੋਰਸਿਸ 'ਚ ਐਜ਼ ਐਨ ਆਫਿਸਰ ਆਉਂਦੇ ਹੋ। ਸੋ ਜਿਵੇਂ ਕਿ ਤੁਸੀਂ ਸਾਰੀ ਗੱਲਬਾਤ ਸੁਣ ਹੀ ਲਈ ਹੋਵੇਗੀ, ਸੋ ਇਸੇ ਕਿ ਅੱਜ ਦੀ ਖਬਰ ਵਧੇਰੀ ਖਬਰਾਂ ਜ਼ਰੂਰ ਡੇਲੀ ਪੋਸਟ ਦੇ ਨਾਲ। ਕੈਮਰਾ ਪਰਸਨ ਰਾਕੇਸ਼ ਦੇ ਨਾਲ ਕੁਵਰਜੋਤ ਸਿੰਘ ਦੀ ਰਿਪੋਰਟ।